कर रहे हैं टाइम स्पीड एंड डिस्टेंस ਦੀ ਕਲਾਸ ਫਸਟ। ਤਾਂ ਦੇਖੋ ਜਿਵੇਂ ਕਿ ਆਪਣੇ ਕੋਲ ਇੱਕ ਫਾਰਮੂਲਾ ਹੁੰਦਾ ਹੈ ਬਿਲਕੁਲ ਬੇਸਿਕ, ਡਿਸਟੈਂਸ ਇਕੁਅਲ ਟੂ ਸਪੀਡ ਇਨਟੂ ਟਾਈਮ। ਤਾਂ ਦੇਖੋ ਇਸ ਫਾਰਮੂਲੇ ਦਾ ਕੀ ਮੀਨਿੰਗ ਹੈ ਕਿ ਜੇ ਕਿਸੇ ਪਰਸਨ ਦੀ ਆਪਾਂ ਸਪੀਡ ਨੂੰ ਉਹਨੇ ਕਿੰਨੇ ਟਾਈਮ ਟਰੈਵਲ ਕੀਤਾ ਉਸ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਡਿਸਟੈਂਸ ਟਰੈਵਲਡ ਬਾਈ ਦ ਪਰਸਨ। ਤਾਂ ਦੇਖੋ ਇਸ ਚੀਜ਼ ਨੂੰ ਆਪਾਂ ਨੇ ਇੱਕ ਯੂਜ਼ ਕਿਵੇਂ ਕਰਨਾ ਹੈ ਕੁਐਸਚਨ ਦੇ ਵਿੱਚ। ਤਾਂ ਦੇਖੋ ਇੱਕ ਚੀਜ਼ ਆਪਾਂ ਨੂੰ ਪਤਾ ਹੈ ਕਿ ਜੋ ਡਿਸਟੈਂਸ ਸਪੀਡ ਇਨਟੂ ਟਾਈਮ ਹੁੰਦਾ, ਤਾਂ ਮੈਂ ਇੱਕ ਕੇਸ ਲੈ ਰਿਹਾ, ਕੇਸ 1। ਮੈਂ ਕੁਐਸਚਨ ਦੇ ਵਿੱਚ ਕੀ ਕਰੂੰਗਾ, ਮੈਂ ਟਾਈਮ ਨੂੰ ਕੀ ਕਰ ਦੂੰਗਾ, ਕਾਂਸਟੈਂਟ ਕਰ ਦੂੰਗਾ। ਟਾਈਮ ਇਜ਼ ਕਾਂਸਟੈਂਟ। ਤਾਂ ਜਦੋਂ ਟਾਈਮ ਕਾਂਸਟੈਂਟ ਹੋਊਗਾ ਤਾਂ ਜੋ ਕਿਸੇ ਦੋ ਪਰਸਨ ਦੀ, ਮੰਨ ਲਓ ਦੋ ਪਰਸਨ ਏ ਤੇ ਬੀ ਨੇ, ਡਿਸਟੈਂਸ ਟਰੈਵਲਡ ਬਾਈ ਏ ਰੇਸ਼ੋ ਡਿਸਟੈਂਸ ਟਰੈਵਲਡ ਬਾਈ ਬੀ, ਤਾਂ ਜੋ ਉਹਨਾਂ ਦੇ ਡਿਸਟੈਂਸ ਦੀ ਰੇਸ਼ੋ ਹੋਊਗੀ ਉਹੀ ਉਹਨਾਂ ਦੀ ਸਪੀਡ ਦੀ ਰੇਸ਼ੋ ਹੋਊਗੀ। ਜੇ ਆਪਾਂ ਕਹਿ ਸਕਦੇ ਹਾਂ ਕਿ ਜੋ ਉਹਨਾਂ ਦੀ ਸਪੀਡ ਦੀ ਰੇਸ਼ੋ ਹੋਊਗੀ ਉਹੀ ਉਹਨਾਂ ਦੀ ਡਿਸਟੈਂਸ ਦੀ ਰੇਸ਼ੋ ਹੋਊਗੀ। ਦੇਖੋ ਕਿਵੇਂ, ਇੱਕ ਐਗਜ਼ਾਮਪਲ ਲੈਂਦੇ ਆਪਾਂ। ਦੋ ਪਰਸਨ ਨੇ ਏ ਤੇ ਬੀ, ਦੋਹਾਂ ਦਾ ਟਾਈਮ ਸੇਮ ਹੈਗਾ, ਦੋਹਾਂ ਨੇ 4 ਆਰ ਟਰੈਵਲ ਕੀਤਾ ਹੈਗਾ, ਤੇ ਪਰਸਨ ਏ ਦੀ ਸਪੀਡ ਕਿੰਨੀ ਹੈਗੀ 20, ਪਰਸਨ ਬੀ ਦੀ ਸਪੀਡ ਹੈ 30। ਤਾਂ ਹੁਣ ਡਿਸਟੈਂਸ, ਪਰਸਨ ਏ ਟਰੈਵਲ ਕਰੂਗਾ 80, ਬੀ ਟਰੈਵਲ ਕਰੂਗਾ 120। ਤਾਂ ਹੁਣ ਜੇ ਆਪਾਂ ਸਪੀਡ ਦੀ ਰੇਸ਼ੋ ਨਿਕਾਲੀਏ ਉਰੇ, ਦੇਖੋ ਕਿੰਨੀ ਆ ਜਾਊਗੀ, 2 ਰੇਸ਼ੋ ਕਿੰਨੀ ਆ ਜਾਊਗੀ 3 ਆ ਰਹੀ ਹੈ। ਜੇ ਆਪਾਂ ਡਿਸਟੈਂਸ ਦੀ ਨਿਕਾਲਾਂਗੇ ਇਹ ਵੀ ਕਿੰਨੀ ਆ ਜਾਊਗੀ, 2 ਰੇਸ਼ੋ 3 ਆ ਜਾਊਗੀ, ਕਿਉਂਕਿ 4 ਤੇ ਕੈਂਸਲ ਹੋ ਜਾਊਗਾ, 2 ਰੇਸ਼ੋ 3। ਤਾਂ ਦੋਨੋਂ ਰੇਸ਼ੋ ਕੀ ਆ ਰਹੀ ਹੈ, ਸੇਮ ਆ ਰਹੀ ਹੈ। ਮਤਲਬ ਕਿ ਇਸ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਟਾਈਮ ਸੇਮ ਹੈ ਤਾਂ ਜੋ ਰੇਸ਼ੋ ਸਪੀਡ ਦੀ ਉਹੀ ਸੇਮ ਰੇਸ਼ੋ ਕਿਹਦੀ ਹੋਊਗੀ, ਡਿਸਟੈਂਸ ਦੀ। ਵੈਸੇ ਵੀ ਕਾਮਨ ਜੀ ਗੱਲ ਹੈ ਕਿ ਜਦੋਂ ਦੋ ਪਰਸਨ ਏ ਤੇ ਬੀ ਸੇਮ ਟਾਈਮ ਵਾਸਤੇ ਟਰੈਵਲ ਕਰ ਰਹੇ ਨੇ ਤਾਂ ਜਿਹਦੀ ਸਪੀਡ ਜ਼ਿਆਦਾ ਹੈ ਤਾਂ ਉਹਦਾ ਡਿਸਟੈਂਸ ਵੀ ਜ਼ਿਆਦਾ ਹੋਊਗਾ। ਠੀਕ ਹੈ ਜੀ, ਬਿਲਕੁਲ ਇੱਕ ਬੇਸਿਕ ਗੱਲ ਹੈ। ਤਾਂ ਹੁਣ ਇਸ ਕਨਸੈਪਟ ਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ ਕੁਐਸਚਨਸ ਦੇ ਵਿੱਚ, ਉਹ ਦੇਖਦੇ ਹਾਂ ਆਪਾਂ। ਕੁਐਸਚਨ ਨੰਬਰ ਫਸਟ, ਏ ਪੁਲਿਸਮੈਨ ਇਜ਼ ਚੇਜ਼ਿੰਗ ਅ ਥੀਫ। ਕਹਿੰਦਾ ਇੱਕ ਪੁਲਿਸਮੈਨ ਹੈ, ਥੀਫ ਨੂੰ ਚੇਜ਼ ਕਰ ਰਿਹਾ। ਦ ਡਿਸਟੈਂਸ ਬਿਟਵੀਨ them ਇਜ਼ 100 ਮੀਟਰ। The ratio of their speed is 5:4. What is the distance covered by the thief before being caught? ਦੇਖੋ ਜੀ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਇੱਕ ਪੁਲਿਸਮੈਨ ਹੈ, ਉਹ ਥੀਫ ਨੂੰ ਚੇਜ਼ ਕਰ ਰਿਹਾ ਹੈ। ਮੰਨ ਲਓ ਜੀ ਉਰੇ ਥੀਫ ਹੈ, ਉਰੇ ਕੌਣ ਹੈ, ਪੁਲਿਸਮੈਨ ਹੈ। ਉਹਨਾਂ ਵਿੱਚ ਜੋ ਡਿਸਟੈਂਸ ਹੈ ਉਹ ਕਿੰਨਾ, 100 ਮੀਟਰ ਹੈ। ਤੇ ਜੋ ਉਹਨਾਂ ਦੀ ਸਪੀਡ ਦੀ ਰੇਸ਼ੋ ਬਣਦੀ ਹੈ ਉਹ ਕਿੰਨੀ ਬਣਦੀ ਹੈ, 5:4 ਹੈ ਪੁਲਿਸਮੈਨ ਤੇ ਥੀਫ ਦੀ ਰੇਸ਼ੋ। ਤਾਂ ਕੀ ਪੁੱਛ ਰਿਹਾ, ਕਹਿੰਦਾ ਵਾਟ ਇਜ਼ ਡਿਸਟੈਂਸ ਕਵਰਡ ਬਾय ਦ ਥੀਫ ਬੀਇੰਗ ਬਿਫੋਰ ਬੀਇੰਗ ਕੌਟ। ਮੰਨ ਲਓ ਇਸ ਪੁਆਇੰਟ ਤੇ ਜਾ ਕੇ ਪੁਲਿਸ ਨੇ ਥੀਫ ਨੂੰ ਪਕੜ ਲਿਆ, ਤਾਂ ਕਹਿੰਦਾ ਵੀ ਕਹਿੰਦਾ ਥੀਫ ਨੇ ਪਕੜੇ ਜਾਣ ਤੋਂ ਪਹਿਲਾਂ ਕਿੰਨਾ ਡਿਸਟੈਂਸ ਟਰੈਵਲ ਕੀਤਾ। ਜੇ ਉਰੇ ਥੀਫ ਸੀਗਾ ਤਾਂ ਇਹ ਇਸ ਚੀਜ਼ ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਵੀ ਕਿੰਨਾ ਟਰੈਵਲ ਕੀਤਾ। ਦੇਖੋ ਜੀ ਕਿਵੇਂ ਕਰਾਂਗੇ, ਆਪਾਂ ਨੂੰ ਪਤਾ ਕਿ ਜਦੋਂ ਪੁਲਿਸ ਨੇ ਥੀਫ ਨੂੰ ਦੇਖਿਆ ਦੋਨੋਂ ਕੀ ਹੋ ਗਏ, ਸਟਾਰਟ ਹੋ ਗਏ। ਠੀਕ ਹੈ ਜੀ, ਦੋਨੋਂ ਮੂਵ ਕਰਨ ਲੱਗ ਗਏ ਇਸ ਸਾਈਡ। ਮੰਨ ਲਓ ਥੀਫ ਇਸ ਸਾਈਡ ਮੂਵ ਕਰ ਰਿਹਾ, ਭੱਜ ਰਿਹਾ, ਤਾਂ ਕੀ ਹੋਊਗਾ, ਤਾਂ ਪੁਲਿਸਮੈਨ ਵੀ ਇਸ ਸਾਈਡ ਮੂਵ ਕਰੂਗਾ। ਤਾਂ ਜਿਸ ਟਾਈਮ ਤੇ ਪੁਲਿਸ ਥੀਫ ਨੂੰ ਪਕੜ ਲੂਗਾ, ਮੰਨ ਲਓ ਇਸ ਪੁਆਇੰਟ ਤੇ ਜਿਸ ਪੁਆਇੰਟ ਤੋਂ ਸਟਾਰਟ ਕੀਤੇ ਸੀ, ਮੰਨ ਲਓ ਪੁਲਿਸ ਨੇ ਥੀਫ ਨੂੰ 10 ਵਜੇ ਦੇਖਿਆ ਤੇ 10:15 ਪੁਲਿਸ ਨੇ ਥੀਫ ਨੂੰ ਪਕੜ ਲਿਆ। ਉਰੇ ਕੀ ਸੇਮ ਹੋਇਆ, ਟਾਈਮ ਸੇਮ ਹੋਇਆ, ਕਿਉਂਕਿ ਦੋਨਾਂ ਨੇ 10 ਤੋਂ ਲੈ ਕੇ 10:15 ਤੱਕ ਹੀ ਟਰੈਵਲ ਕੀਤਾ ਹੈ। 10 ਵਜੇ ਤੋਂ ਲੈ ਕੇ 10:15 ਤੱਕ ਉਹਨਾਂ ਨੇ ਟਰੈਵਲ ਕੀਤਾ ਹੈਗਾ। ਇਟ ਮੀਨਸ ਟਾਈਮ ਸੇਮ ਹੋ ਗਿਆ। ਤਾਂ ਜੇ ਦੋਹਾਂ ਦਾ ਟਾਈਮ ਸੇਮ ਹੈ ਤਾਂ ਜੋ ਰੇਸ਼ੋ ਸਪੀਡ ਦੀ ਹੋਊਗੀ ਉਹੀ ਰੇਸ਼ੋ ਕਿਹਦੀ ਹੋਊਗੀ, ਡਿਸਟੈਂਸ ਦੀ। ਤਾਂ ਆਪਾਂ ਨੂੰ ਸਪੀਡ ਦੀ ਰੇਸ਼ੋ ਕਿੰਨੀ ਗਿਵਨ ਹੈ, 5:4। ਸਪੀਡ ਆਫ ਪੁਲਿਸ ਡਿਵਾਈਡ ਬਾਈ ਸਪੀਡ ਆਫ ਥੀਫ ਕਿੰਨੀ ਹੈ, 5:4। ਤਾਂ ਸੇਮ ਇਹੀ ਰੇਸ਼ੋ ਕਿਹਦੀ ਹੋਊਗੀ, ਡਿਸਟੈਂਸ ਟਰੈਵਲਡ ਬਾਈ ਹਿਮ। ਤਾਂ ਡਿਸਟੈਂਸ ਟਰੈਵਲਡ ਬਾਈ ਪੁਲਿਸ, ਡਿਸਟੈਂਸ ਟਰੈਵਲਡ ਬਾਈ ਥੀਫ। ਤਾਂ ਹੁਣ ਦੇਖੋ ਜੇ ਥੀਫ 4 ਡਿਸਟੈਂਸ ਟਰੈਵਲ ਕਰਦਾ ਤਾਂ ਪੁਲਿਸਮੈਨ ਕਿੰਨਾ ਕਰਦਾ, 5। ਤਾਂ ਇੱਕ ਜ਼ਿਆਦਾ ਕਰਦਾ ਪੁਲਿਸਮੈਨ ਥੀਫ ਤੋਂ। ਤਾਂ ਜੇ ਆਪਾਂ ਇਸ ਕੁਐਸਚਨ ਦੇ ਵਿੱਚ ਦੇਖੀਏ ਤਾਂ ਕਿੰਨਾ ਵੱਧ ਟਰੈਵਲ ਕਰ ਰਿਹਾ ਪੁਲਿਸਮੈਨ ਥੀਫ ਤੋਂ। ਦੇਖੋ ਇਸ ਪੁਆਇੰਟ ਤੋਂ ਬਾਅਦ ਜਿਹੜਾ ਡਿਸਟੈਂਸ ਹੈ ਸੇਮ ਹੈ, ਤਾਂ ਮਤਲਬ ਕਿ ਪੁਲਿਸਮੈਨ ਨੂੰ ਇੰਨਾ ਐਕਸਟਰਾ ਟਰੈਵਲ ਕਰਨਾ ਪਿਆ। ਤਾਂ ਕਿੰਨਾ ਗਿਵਨ ਹੈ ਆਪਾਂ ਨੂੰ, 100 ਮੀਟਰ। ਤਾਂ ਇੱਕ ਦੀ ਵੈਲਿਊ ਕਿੰਨੀ ਆ ਗਈ, 100 ਮੀਟਰ। ਤਾਂ 5 ਦੀ ਵੈਲਿਊ ਆ ਜਾਊਗੀ 500, 4 ਦੀ ਆ ਜਾਊਗੀ 400 ਮੀਟਰ। ਤਾਂ ਥੀਫ ਨੇ 400 ਮੀਟਰ ਟਰੈਵਲ ਕੀਤਾ ਬਿਫੋਰ ਬੀਇੰਗ
caught, ਪਕੜੇ ਜਾਣ ਤੋਂ ਪਹਿਲਾਂ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦਾ ਕੁਐਸਚਨ ਸੀਗਾ ਇਹ। ਤਾਂ ਆਪਾਂ ਰੇਸ਼ੋ ਨਾਲ ਆਸਾਨੀ ਨਾਲ ਕਰ ਸਕਦੇ ਹਾਂ। ਦੇਖੋ ਆਪਾਂ ਨੇ ਉਰੇ ਕੀ ਦੇਖਣਾ ਹੈਗਾ, ਉਹਨਾਂ 'ਚ ਕਿੰਨਾ ਡਿਸਟੈਂਸ ਸੀ 100 ਮੀਟਰ। ਕੀ ਹੋਊਗਾ ਜੀ, ਜੇ ਤੁਸੀਂ ਇਹਨਾਂ ਕੁਐਸਚਨਾਂ ਨੂੰ 2-3 ਵਾਰ ਕਰ ਲਓਗੇ ਤਾਂ ਫੋਰਥ ਟਾਈਮ ਕੀ ਹੋਊਗਾ, ਤੁਸੀਂ ਸਿਰਫ ਆਹੀ ਚੀਜ਼ ਦੇਖੋਗੇ ਕਿ 100 ਮੀਟਰ ਹੈ, ਉਰੇ 5:4 ਹੈ, 1 ਦੀ ਵੈਲਿਊ 100 ਹੈ ਤਾਂ 4 ਦੀ ਵੈਲਿਊ ਕਿੰਨੀ ਆ ਜਾਊਗੀ, 400। ਠੀਕ ਹੈ ਜੀ, ਜਦੋਂ ਆਪਾਂ ਕੁਐਸਚਨ ਨੂੰ ਬਾਰ-ਬਾਰ ਕਰਦੇ ਹਾਂ, ਪ੍ਰੈਕਟਿਸ ਕਰਦੇ ਹਾਂ ਪੂਰਾ ਚੈਪਟਰ 2-3 ਵਾਰ ਤੋਂ ਬਾਅਦ, ਤਾਂ ਆਪਣੀ ਸਪੀਡ ਬਣ ਜਾਂਦੀ ਹੈ। ਅੱਗੇ ਦੇਖੋ ਜੀ ਕੁਐਸਚਨ ਨੰਬਰ 2। ਕੁਐਸਚਨ ਨੰਬਰ 2 ਕੀ ਹੈ ਆਪਣੇ ਕੋਲ। A thief saw a policeman from a distance of 700 meter and started running. Thief could run 4.7 kilometer in 41 minutes and policeman can run the same distance in 34 minutes. Find the distance thief had traveled before being caught. ਦੇਖੋ ਜੀ ਕੀ ਕਹਿ ਰਿਹਾ ਆਪਾਂ ਨੂੰ, ਕਹਿੰਦਾ ਇੱਕ ਪੁਲਿਸਮੈਨ ਨੇ ਥੀਫ ਨੂੰ 700 ਮੀਟਰ ਦੇ ਜੋ ਡਿਸਟੈਂਸ ਸੀਗਾ ਉਸ ਤੋਂ ਦੇਖਿਆ। ਤਾਂ ਆਪਾਂ ਡਾਇਗਰਾਮ ਫਿਰ ਦੁਬਾਰਾ ਡਰਾ ਕਰਦੇ ਹਾਂ, ਵੈਸੇ ਇਹਦੀ ਲੋੜ ਨਹੀਂ ਪੈਂਦੀ। ਮੰਨ ਲਓ ਇਹ ਥੀਫ ਹੈ, ਇੱਧਰ ਪੁਲਿਸ ਹੈ, ਤਾਂ ਜੋ ਡਿਸਟੈਂਸ ਹੈ ਉਹ ਕਿੰਨਾ ਆਪਣੇ ਕੋਲ 700 ਮੀਟਰ। ਤਾਂ ਹੁਣ ਇਹਨਾਂ ਨੇ ਕੀ ਗਿਵਨ ਹੈ ਆਪਾਂ ਨੂੰ, ਥੀਫ ਕੁਡ ਰਨ 4.7 ਕਿਲੋਮੀਟਰ ਇਨ 41 ਮਿੰਟ ਐਂਡ ਪੁਲਿਸ ਕੈਨ ਰਨ ਸੇਮ ਡਿਸਟੈਂਸ ਇਨ 34 ਮਿੰਟ। ਫਾਈਂਡ ਦਾ ਡਿਸਟੈਂਸ ਥੀਫ ਹੈਡ ਰਨ ਬਿਫੋਰ ਬੀਇੰਗ ਕਾਟ। ਤਾਂ ਦੇਖੋ ਆਪਾਂ ਉਹੀ ਕਨਸੈਪਟ ਲਾਵਾਂਗੇ, ਸਪੀਡ ਆਫ ਪੁਲਿਸ ਡਿਵਾਈਡ ਬਾਈ ਸਪੀਡ ਆਫ ਥੀਫ। ਇਹ ਕਿਹਦੇ ਇਕੁਅਲ ਹੁੰਦੀ ਹੈ, ਡਿਸਟੈਂਸ ਟਰੈਵਲਡ ਬਾਈ ਪੁਲਿਸ ਡਿਸਟੈਂਸ ਟਰੈਵਲਡ ਬਾਈ ਥੀਫ। ਤਾਂ ਹੁਣ ਪੁਲਿਸ ਦੀ ਸਪੀਡ ਕਿੰਨੀ ਹੈ, ਦੇਖੋ ਇਹਨਾਂ ਨੇ ਕੀ ਗਿਵਨ ਹੈ, ਕਹਿੰਦਾ ਥੀਫ ਕੁਡ ਰਨ 4.7 ਕਿਲੋਮੀਟਰ ਇਨ 41 ਮਿੰਟ। ਤਾਂ ਥੀਫ ਦੀ ਸਪੀਡ ਕਿੰਨੀ ਆ ਗਈ, ਤਾਂ ਦੇਖੋ ਡੀ ਇਕੁਅਲ ਟੂ ਐਸ ਟੀ ਹੁੰਦਾ ਹੈ। ਤਾਂ ਜੇ ਆਪਾਂ ਸਪੀਡ ਨਿਕਾਲਣੀ ਹੈ ਤਾਂ ਕੀ ਆ ਜਾਊਗਾ, ਡਿਸਟੈਂਸ ਟਰੈਵਲਡ ਬਾਈ ਟਾਈਮ। ਤਾਂ ਜੇ ਆਪਾਂ ਨੇ ਥੀਫ ਦੀ ਸਪੀਡ ਨਿਕਾਲਾਂਗੇ ਤਾਂ ਜਿੰਨਾ ਡਿਸਟੈਂਸ ਉਹ ਟਰੈਵਲ ਕਰ ਸਕਦਾ ਹੈ ਕਿੰਨੇ ਟਾਈਮ ਦੇ ਵਿੱਚ, ਉੱਥੋਂ ਨਿਕਾਲਾਂਗੇ ਆਪਾਂ। ਇਹਨਾਂ ਨੇ ਕੀ ਗਿਵਨ ਹੈ, ਕਹਿੰਦਾ 4.7 ਕਿਲੋਮੀਟਰ ਟਰੈਵਲ ਕਰ ਸਕਦਾ ਥੀਫ 41 ਮਿੰਟ ਦੇ ਵਿੱਚ। ਤਾਂ ਇਹ ਚੀਜ਼ ਕੀ ਆ ਗਈ, ਥੀਫ ਦੀ ਸਪੀਡ ਆ ਗਈ। ਤਾਂ ਹੁਣ ਸੇਮ ਪੁਲਿਸ ਦੀ ਆਪਾਂ ਨੂੰ ਸਪੀਡ ਗਿਵਨ ਹੈ, ਤਾਂ ਜਿਹੜਾ ਪੁਲਿਸਮੈਨ ਹੈ 4.7 ਕਿਲੋਮੀਟਰ ਡਿਸਟੈਂਸ ਟਰੈਵਲ ਕਰ ਸਕਦਾ ਹੈ 34 ਮਿੰਟ ਦੇ ਵਿੱਚ। ਤਾਂ ਇਹ ਕੀ ਆ ਗਈ, ਉਹਦੀ ਸਪੀਡ ਆ ਗਈ। ਤਾਂ ਆਪਾਂ ਤਾਂ ਰੇਸ਼ੋ ਹੀ ਨਿਕਾਲਣੀ ਹੈ, ਤਾਂ ਇਹ ਚੀਜ਼ ਤਾਂ ਆਪਣੇ ਕੋਲ ਕੈਂਸਲ ਹੋ ਜਾਣੀ ਹੈ, ਟਰਮਸ 4.7 ਨਾਲ ਕੈਂਸਲ ਹੋ ਜਾਊਗਾ। ਤਾਂ ਇਹ ਚੀਜ਼ ਬਣ ਜੂਗੀ 41:34, 41:34। ਤਾਂ ਮਤਲਬ ਕਿ ਜੇ ਥੀਫ 34 ਟਰੈਵਲ ਕਰੂਗਾ ਤਾਂ ਪੁਲਿਸਮੈਨ 41 ਟਰੈਵਲ ਕਰੂਗਾ। ਤਾਂ ਦੋਹਾਂ ਦਾ ਗੈਪ ਕਿੰਨਾ ਹੈਗਾ, 7 ਦੀ ਵੈਲਿਊ ਕਿੰਨੀ ਗਿਵਨ ਹੈ ਆਪਣੇ ਕੋਲ, 700 ਮੀਟਰ। ਤਾਂ ਇੱਕ ਦੀ ਵੈਲਿਊ 100 ਮੀਟਰ, ਕਿਹਦਾ ਪੁੱਛਿਆ ਸੀ ਇਹਨਾਂ ਨੇ ਆਪਾਂ ਨੂੰ, ਥੀਫ ਦਾ। ਤਾਂ 34 ਦੀ ਵੈਲਿਊ ਆ ਜਾਊਗੀ 3400 ਮੀਟਰ ਵਿਚ ਇਜ਼ ਇਕੁਅਲ ਟੂ 3.4 ਕਿਲੋਮੀਟਰ। ਆਪਸ਼ਨ ਏ। ਦੇਖੋ ਜੀ ਉਰੇ ਵੀ ਕੀ ਚੀਜ਼ ਸੀਗੀ, ਆਪਾਂ ਨੂੰ ਪਤਾ ਹੈ ਕਿ ਪੁਲਿਸ ਦੀ ਜਿਹੜਾ ਪੁਲਿਸਮੈਨ ਹੈ ਉਹ 34 ਮਿੰਟ 'ਚ ਟਰੈਵਲ ਕਰਦਾ ਤੇ ਥੀਫ 41 'ਚ ਕਰਦਾ। ਠੀਕ ਹੈ ਜੀ, ਤਾਂ ਚਲੋ ਇਸ ਕੁਐਸਚਨ ਨੂੰ ਮੈਂ ਹਜੇ ਹੋਲਡ ਕਰ ਦੇਣਾ ਇਸ ਕਨਸੈਪਟ ਨੂੰ, ਕਿਉਂਕਿ ਜੋ ਅੱਗੇ ਕਨਸੈਪਟ ਆਊਗਾ ਤੁਸੀਂ ਉਸ ਤੋਂ ਬਾਅਦ ਜਦੋਂ ਕੁਐਸਚਨ 2 ਕਰੋਗੇ ਤੁਹਾਨੂੰ ਆਪਣੇ ਆਪ ਲੱਗ ਜਾਊਗਾ ਪਤਾ। ਠੀਕ ਹੈ, ਜੋ ਇਹਦਾ ਲੈਕਚਰ ਨੈਕਸਟ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਇਹ ਕੁਐਸਚਨ ਹੋਰ ਈਜ਼ੀ ਹੋ ਜਾਊਗਾ। ਅੱਗੇ ਦੇਖੋ ਜੀ ਕੁਐਸਚਨ ਨੰਬਰ 3। Two cyclists A and B start cycling at 21 km per hour and 24 km per hour towards each other. They meet after 1 hour 12 minutes. How far were they from each other when they started? देखो जी की चीज़ कही है कि दो अपने कोल की सीगे साइकिलिस्ट A ते B, दोनों एक दूसरे ਵੱਲ ਜਾ ਰਹੇ ਨੇ। A 21 किलोमीटर पर आवर ਦੀ ਸਪੀਡ ਨਾਲ ਜਾ ਰਿਹਾ ਤੇ B 24 किलोमीटर पर आवर ਦੀ ਸਪੀਡ ਨਾਲ ਜਾ ਰਿਹਾ। ਤਾਂ ਇਹਨਾਂ ਨੇ 1 ਘੰਟੇ 12 ਮਿੰਟ ਟਰੈਵਲ ਕੀਤਾ, ਮਤਲਬ ਕਿ 1 ਆਰ 12 ਮਿੰਟ। 5/6 ਇਹ ਬਣ ਜਾਊਗਾ 11/6 ਆਰ ਉਹਨਾਂ ਨੇ ਟਰੈਵਲ ਕੀਤਾ। ਹਾਊ ਫਾਰ ਵਰ ਦੇ ਫਰੋਮ ਈਚ ਅਦਰ ਵੈਨ ਦੇ ਸਟਾਰਟ। ਤਾਂ ਆਪਾਂ ਇਹਦੀ ਡੀ ਪਤਾ ਕਰਨੀ ਹੈ। ਤਾਂ ਕਿਸੇ ਪੁਆਇੰਟ ਤੇ ਜਦੋਂ ਮਿਲੇ ਹੋਣਗੇ, ਮੰਨ ਲਓ ਇਸ ਪੁਆਇੰਟ ਤੇ ਮਿਲ ਗਏ, ਤਾਂ ਇਹ ਕਿਹਨੇ ਟਰੈਵਲ ਕੀਤਾ, ਏ ਨੇ, ਇਹ ਕਿਹਨੇ ਟਰੈਵਲ ਕੀਤਾ, ਬੀ ਨੇ। ਤਾਂ ਹੁਣ ਦੇਖੋ ਕਿਵੇਂ ਕਰਾਂਗੇ ਜੀ ਇਸ ਚੀਜ਼ ਨੂੰ। ਤਾਂ ਦੇਖੋ A ਨੇ 21 ਕਿਲੋਮੀਟਰ ਟਰੈਵਲ ਕੀਤਾ ਹੈਗਾ, ਕਿੰਨੇ ਟਾਈਮ ਵਾਸਤੇ, 11/6 ਆਰ ਵਾਸਤੇ। ਮਤਲਬ ਕਿ A ਨੇ ਕਿੰਨਾ ਟਰੈਵਲ ਕੀਤਾ ਹੈ, 21 × 11/6। ਤੇ B ਨੇ ਟਰੈਵਲ ਕਿੰਨਾ ਕੀਤਾ, 24 × 11/6। ਤਾਂ ਇਸ ਚੀਜ਼ ਨੂੰ ਆਪਾਂ ਨੇ ਐਡ ਕਰਨਾ, ਆਪਣੇ ਕੋਲ D ਆ ਜਾਊਗਾ। ਤਾਂ 11/6 ਕਾਮਨ ਆ ਗਿਆ, ਇਹਨਾਂ ਨੂੰ ਐਡ ਕਰਾਂਗੇ 45 ਆ ਜਾਊਗਾ।
ਆਪਾਂ 3 ਤੇ ਕੈਂਸਲ ਕਰਾਂਗੇ 2 ਆ ਗਿਆ ਉਰੇ 15 ਆ ਗਿਆ ਤਾਂ ਇਹ ਬਣ ਜਾਊਗਾ ਇਹ ਆਪਣੇ ਕੋਲ ਬਣ ਜਾਊਗਾ ਸੌਰੀ ਉਰੇ ਇੱਕ ਮਿਸਟੇਕ ਹੋ ਗਈ ਆਈ ਥਿੰਕ ਉਰੇ ਜੋ ਟਾਈਮ ਆਪਾਂ ਗਲਤ ਲੈ ਗਏ 1/5 ਆਊਗਾ ਸੌਰੀ 1/5 ਆਊਗਾ ਤਾਂ ਇਹ ਬਣ ਜਾਊਗਾ 6/5 ਬਣੂਗਾ ਜੀ 6/5 ਆਊਗਾ ਟਾਈਮ ਇਹਨਾਂ ਦਾ 6/5 ਆਰ ਠੀਕ ਹੈ ਜੀ ਤਾਂ ਉਰੇ ਵੀ ਕਿੰਨਾ ਆ ਜਾਊਗਾ 6/5 ਆਰ 6/5 ਤਾਂ 6/5 ਕਾਮਨ ਆ ਜਾਊਗਾ ਇੱਥੇ ਬਚ ਜਾਊਗਾ 45 ਕੈਂਸਲ ਹੋ ਜਾਊਗਾ 954 ਆਪਣੇ ਕੋਲ ਆਨਸਰ ਆ ਜਾਊਗਾ ਮਤਲਬ ਕਿ ਜਿਹੜਾ ਉਰੇ ਡਿਸਟੈਂਸ ਸੀਗਾ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਉਹ ਕਿੰਨਾ ਸੀਗਾ 54 ਆਪਸ਼ਨ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 4 Question 4 है two cars start from Jaipur and Delhi respectively and travels toward each other at a speed of 90 km per hour and 80 km per hour. By the time they meet, the first car has traveled 180 km more than second. The distance from Jaipur to Delhi is. देखो जी की क्वेश्चन च गिवन है ਆਪਾਂ ਦੇਖੋ ਇੱਕ ਕਾਰ ਸਟਾਰਟ ਹੋਈ ਹੈ ਜੈਪੁਰ ਤੋਂ ਇੱਕ ਹੋਈ ਹੈ ਦਿੱਲੀ ਤੋਂ ਤੇ ਦੋਨੋਂ ਇੱਕ ਦੂਸਰੇ ਦੇ ਵੱਲ ਆ ਰਹੀਆਂ ਨੇ ਇੱਕ ਦੀ ਸਪੀਡ 80 ਹੈ ਇੱਕ ਦੀ ਸਪੀਡ 90 ਹੈ ਠੀਕ ਹੈ ਜੀ ਤਾਂ ਜਿਹੜੇ ਪੁਆਇੰਟ ਤੇ ਮੀਟ ਕੀਤੀਆਂ ਹੋਣਗੀਆਂ ਮੰਨ ਲਓ ਉਰੇ ਮੀਟ ਕਰ ਗਿਆ ਹੈ ਤਾਂ ਇਸ ਕਾਰ ਨੇ ਕੁਝ ਟਰੈਵਲ ਕੀਤਾ ਤੇ ਇਸ ਕਾਰ ਨੇ ਕੁਝ ਟਰੈਵਲ ਕੀਤਾ ਤਾਂ ਹੁਣ ਸਪੀਡ ਜਿਹਦੀ ਵੱਧ ਹੈ ਉਹੀ ਟਰੈਵਲ ਵੱਧ ਕਰੂਗੀ ਤਾਂ ਹੁਣ ਦੇਖੋ ਜਿਸ ਟਾਈਮ ਤੇ ਇਹ ਸਟਾਰਟ ਹੋਈਆਂ ਸੀ ਤੇ ਜਿਸ ਟਾਈਮ ਤੇ ਉਰੇ ਪਹੁੰਚੀਆਂ ਨੇ ਮੰਨ ਲਓ ਇਹ 8 ਵਜੇ ਸ਼ੁਰੂ ਹੋਈਆਂ ਸੀ ਤੇ 9 ਵਜੇ ਪਹੁੰਚ ਗਈਆਂ ਮਤਲਬ ਕਿ ਦੋਵਾਂ ਨੇ 1 ਘੰਟੇ ਵਾਸਤੇ ਟਰੈਵਲ ਕੀਤਾ ਹੈਗਾ ਮਤਲਬ ਉਰੇ ਟਾਈਮ ਸੇਮ ਹੋ ਗਿਆ ਤਾਂ ਜੋ ਰੇਸ਼ੋ ਸਪੀਡ ਦੀ ਬਣੂਗੀ ਉਹੀ ਰੇਸ਼ੋ ਕਿਹਦੀ ਬਣ ਜੂਗੀ ਡਿਸਟੈਂਸ ਦੀ ਤਾਂ ਸਪੀਡ ਆਫ ਕਾਰ ਜੇ ਸਪੀਡ ਆਫ ਕਾਰ ਡੀ ਜੀ ਸਟਾਰਟ ਡੀ ਤੋਂ ਹੋਈ ਹੈ ਤਾਂ 80/90 ਆ ਗਈ ਤਾਂ ਸੇਮ ਇਹੀ ਰੇਸ਼ੋ ਕਿਹਦੀ ਬਣ ਜੂਗੀ ਡਿਸਟੈਂਸ ਟਰੈਵਲ ਠੀਕ ਹੈ ਜੀ ਤਾਂ 8:9 ਆ ਗਈ ਜੋ ਉਹਨਾਂ ਦੀ ਟਰੈਵਲ ਦੀ ਰੇਸ਼ੋ ਮਤਲਬ ਕਿ ਜੇ ਇਸ ਕਾਰ ਨੇ 8 ਟਰੈਵਲ ਕੀਤਾ ਤਾਂ ਇਸ ਕਾਰ ਨੇ 9 ਟਰੈਵਲ ਕੀਤਾ ਤਾਂ ਡਿਫਰੈਂਸ ਕਿੰਨੇ ਦਾ ਹੈ ਇੱਕ ਦਾ ਇੱਕ ਦੀ ਵੈਲਿਊ ਕਿੰਨੀ ਗਿਵਨ ਆਪਾਂ ਨੂੰ 180 ਕਿਲੋਮੀਟਰ ਮੋਰ ਟਰੈਵਲ ਕੀਤਾ ਜਿਹਨੇ ਤਾਂ ਜੇ 1 ਦੀ ਵੈਲਿਊ 180 ਹੈ ਤਾਂ ਆਪਾਂ ਨੂੰ ਪਤਾ ਕਰਨਾ ਡਿਸਟੈਂਸ ਫਰੋਮ ਜੈਪੁਰ ਟੂ ਦਿੱਲੀ ਤਾਂ ਆਪਾਂ ਨੂੰ ਪਤਾ ਕਰਨੀ ਹੈ 17 ਦੀ ਵੈਲਿਊ ਕਿਉਂਕਿ 9 ਤੇ 8 ਕਿੰਨੇ ਹੋ ਗਏ 17 ਹੋ ਗਏ ਤਾਂ ਆਪਾਂ ਨੇ 17 ਦੀ ਵੈਲਿਊ ਪਤਾ ਕਰਨੀ ਹੈ 180 into 17 ਤਾਂ ਇਹ ਬਣ ਜਾਊਗਾ 289 plus 17 603 3060 ਤਾਂ 3060 ਕਿਲੋਮੀਟਰ ਆਨਸਰ ਆ ਜਾਊ ਠੀਕ ਹੈ ਜੀ ਕਿਉਂਕਿ ਜੇ ਇਹ ਕਾਰ 8 ਟਰੈਵਲ ਕਰਦੀ ਹੈ ਤਾਂ ਇਸ ਚੀਜ਼ ਨੂੰ ਆਪਾਂ 8 ਮੰਨਾਂਗੇ ਇਸ ਨੂੰ ਆਪਾਂ 9 ਮੰਨਾਂਗੇ ਤਾਂ ਇੱਕ ਦਾ ਜੋ ਗੈਪ ਹੈ ਉਹਦੀ ਵੈਲਿਊ 180 ਗਿਵਨ ਹੈ ਠੀਕ ਹੈ ਜੀ ਤਾਂ ਜੇ ਇੱਕ ਦੀ ਵੈਲਿਊ 180 ਹੈ ਤਾਂ 17 ਦੀ ਵੈਲਿਊ ਕਿੰਨੀ ਹੋ ਜਾਊਗੀ 3060 ਕਿਲੋਮੀਟਰ ਆਪਸ਼ਨ ਬੀ ਨੈਕਸਟ ਹੈ ਜੀ ਕੁਐਸਚਨ ਨੰਬਰ 5 A covers a certain distance at a certain speed in 8 hours. The speed of B is 4 times the speed of A. In how much time B will cover that distance? ਦੇਖੋ ਜੀ ਕੀ ਕੁਐਸਚਨ ਹੈ ਕਹਿੰਦਾ ਇੱਕ ਪਰਸਨ ਹੈ A ਉਹਦੀ ਆਪਾਂ ਸਪੀਡ ਸਪੋਜ਼ ਕਰ ਲਈ SA ਉਹ 8 ਆਰ ਦੇ ਵਿੱਚ ਕਿਸੇ ਡਿਸਟੈਂਸ ਨੂੰ ਕਵਰ ਕਰਦਾ ਹੈ ਇੱਕ ਸੇਮ ਪਰਸਨ ਹੈ B ਉਹਦੀ ਜੋ ਸਪੀਡ ਹੈ ਉਹ A ਤੋਂ 4 ਟਾਈਮਸ ਹੈ ਮਤਲਬ ਕਿ 4 SA ਹੋਊਗੀ ਸਪੀਡ ਆਫ B ਕਹਿੰਦਾ ਉਹ ਕਿੰਨੇ ਟਾਈਮ ਦੇ ਵਿੱਚ ਉਹੀ ਡਿਸਟੈਂਸ ਨੂੰ ਕਵਰ ਕਰੂਗਾ ਮਤਲਬ ਕਿ ਡੀ ਸੇਮ ਹੈ ਉਰੇ ਆਪਾਂ ਨੇ ਟਾਈਮ ਪਤਾ ਕਰਨਾ ਹੈਗਾ ਆਸਾਨ ਕੁਐਸਚਨ ਹੈ ਜੀ ਬਿਲਕੁਲ ਟਾਈਮ ਕਿੰਨਾ ਆ ਜਾਊਗਾ 2 ਘੰਟੇ ਕਿਉਂਕਿ ਦੋਨੋਂ ਇਕੁਅਲ ਹੋਣਗੇ ਇਹ ਵੀ ਡਿਸਟੈਂਸ ਹੈ ਇਹ ਵੀ ਡਿਸਟੈਂਸ ਹੈ 2 ਆਵਰਸ अपने को आंसर आ गया ऑप्शन डी नेक्स्ट है क्वेश्चन नंबर 6 two men A and B covered the distance of 21 km from P to Q at a speed of 3 km and 4 km respectively when B reaches at point Q he returns and meet at point C to A find the distance of C from P हाँ जी देखो सवाल च ਆਪਾਂ ਨੂੰ ਕੀ ਦੇ ਰੱਖਿਆ ਹੈਗਾ ਦੋ ਪਰਸਨ ਨੇ A ਤੇ B ਇਹ P to Q मूव कर रहे हैं P इधर है Q इधर है पहला A भी इधर मूव कर रहे हैं B भी इधर मूव कर रहे हैं तो A की स्पीड कितनी है 3 किलोमीटर पर आवर 4 की स्पीड B की स्पीड कितनी है 4 किलोमीटर पर आवर
ਹੁਣ ਕੀ ਕਹਿ ਰਹੇ ਨੇ ਜੀ, ਕਹਿੰਦਾ ਵੈਨ ਬੀ ਰੀਚਿਸ ਐਟ ਪੁਆਇੰਟ ਕਿਊ, ਕਿਉਂਕਿ ਆਪਾਂ ਨੂੰ ਪਤਾ ਕਿ ਸਪੀਡ ਬੀ ਦੀ ਜ਼ਿਆਦਾ ਤਾਂ ਬੀ ਪਹਿਲਾਂ ਪਹੁੰਚ ਜਾਊਗਾ ਪੁਆਇੰਟ ਕਿਊ ਤੇ। ਹੀ ਰਿਟਰਨਸ ਐਂਡ ਮੀਟ ਐਟ ਪੁਆਇੰਟ ਸੀ ਟੂ ਏ, ਉਹ ਕਹਿੰਦਾ ਪਹੁੰਚਣ ਤੋਂ ਬਾਅਦ ਹਜੇ ਏ ਕਿਤੇ ਕਿਸੇ ਪੁਆਇੰਟ ਤੇ ਹੋਊਗਾ ਜੀ, ਮੰਨ ਲਓ ਏ ਉਰੇ ਹੈ ਤੇ ਬੀ ਪਹੁੰਚ ਗਿਆ ਉਰੇ, ਤਾਂ ਫਿਰ ਬੀ ਵਾਪਸ ਆਊਗਾ, ਤਾਂ ਏ ਨੂੰ ਦੁਬਾਰਾ ਮਿਲ ਗਿਆ ਐਟ ਪੁਆਇੰਟ ਸੀ। ਇਸ ਤਰ੍ਹਾਂ ਕਹਿ ਰਿਹਾ ਜੀ ਆਪਾਂ ਨੂੰ, ਕਹਿੰਦਾ ਬੀ ਕਿਊ ਦੇ ਪਹੁੰਚ ਕੇ ਜਦੋਂ ਦੁਬਾਰਾ ਵਾਪਸ ਮੁੜਿਆ ਤਾਂ ਹਜੇ ਏ ਸੀ ਪੁਆਇੰਟ ਤੇ ਪਹੁੰਚਿਆ ਸੀ ਤੇ ਉੱਥੇ ਉਹ ਦੋਨੋਂ ਮੀਟ ਕਰ ਗਏ। ਫਾਈਂਡ ਡਿਸਟੈਂਸ ਆਫ ਸੀ ਫਰੋਮ ਪੀ, ਤਾਂ ਆਪਾਂ ਨੇ ਸੀ ਦਾ ਪੀ ਦਾ ਡਿਸਟੈਂਸ ਪਤਾ ਕਰਨਾ ਹੈ। ਜਾਂ ਆਪਾਂ ਨੂੰ ਕੁਐਸਚਨ ਕੀ ਪੁੱਛ ਸਕਦੇ ਨੇ, ਸੀ ਕਿਊ ਪਤਾ ਕਰੋ ਜਾਂ ਫਿਰ ਪੀ ਕਿਊ ਪਤਾ ਕਰੋ। ਦੇਖੋ ਜੀ ਕਿਵੇਂ ਕਰਾਂਗੇ, ਦੇਖੋ ਇਹ ਸਾਰਾ ਕੁਝ 21 ਕਿਲੋਮੀਟਰ ਹੈ, ਤਾਂ ਹੁਣ ਦੇਖੋ ਕੀ ਕਹਿ ਰਿਹਾ ਜੀ, ਜੇ ਆਪਣੇ ਕੋਲੇ ਸਪੀਡ ਪੀ ਤੇ ਕਿਊ ਦੀ ਆਪਾਂ ਨੂੰ ਰੇਸ਼ੋ ਗਿਵਨ ਹੈ, ਜੇ ਪੀ ਦੀ ਸਪੀਡ 3 ਹੈ ਤਾਂ ਕਿਊ ਦੀ ਸਪੀਡ ਕਿੰਨੀ ਹੈ 4 ਕਿਲੋਮੀਟਰ ਪਰ ਆਵਰ। ਤਾਂ ਆਪਾਂ ਨੂੰ ਪਤਾ ਹੈ ਕਿ ਜੋ ਰੇਸ਼ੋ ਸਪੀਡ ਦੀ ਹੁੰਦੀ ਹੈ ਉਹੀ ਸੇਮ ਰੇਸ਼ੋ ਕਿਹਦੀ ਹੁੰਦੀ ਹੈ, ਡਿਸਟੈਂਸ ਦੀ। ਤਾਂ ਡਿਸਟੈਂਸ ਟਰੈਵਲਡ ਬਾਈ ਪੀ ਡਿਸਟੈਂਸ ਟਰੈਵਲਡ ਬਾਈ ਕਿਊ ਦੀ ਵੀ ਰੇਸ਼ੋ ਕਿੰਨੀ ਆ ਜਾਊਗੀ 3:4। ਮਤਲਬ ਪੀ ਜੇ ਕਿੰਨਾ ਟਰੈਵਲ ਕਰਦਾ, ਟਰੈਵਲ ਜੇ 3 ਕਰਦਾ ਤਾਂ ਕਿਊ ਕਿੰਨਾ ਕਰਦਾ 4 ਕਰਦਾ। ਹੁਣ ਤੁਸੀਂ ਇੱਕ ਚੀਜ਼ ਉਰੇ ਦੇਖੋ ਧਿਆਨ ਨਾਲ, ਹੁਣ ਪੀ ਤਾਂ ਸਿਰਫ ਸੀ ਪੁਆਇੰਟ ਤੱਕ ਹੀ ਪਹੁੰਚਿਆ, ਇਸ ਤੋਂ ਅੱਗੇ ਤਾਂ ਗਿਆ ਹੀ ਨਹੀਂ, ਤਾਂ ਮਤਲਬ ਕਿ ਜੇ ਆਹ ਚੀਜ਼ ਸਾਰੀ ਕਿੰਨੀ ਹੋਊਗੀ 3 ਹੋਊਗੀ। ਤਾਂ ਹੁਣ ਕਿਊ ਨੇ ਕਿਵੇਂ ਮੂਵ ਕੀਤਾ, ਸੌਰੀ ਪਰਸਨ ਬੀ ਨੇ ਕਿਵੇਂ ਮੂਵ ਕੀਤਾ ਹੈਗਾ, ਇਹਦਾ ਪਰਸਨ ਏ ਪੀ ਪੁਆਇੰਟ ਤੋਂ ਲੈ ਕੇ ਸੀ ਪੁਆਇੰਟ ਤੱਕ ਗਿਆ। ਹੁਣ ਪਰਸਨ ਬੀ ਕਿਵੇਂ ਗਿਆ, ਪਹਿਲਾਂ ਉਹ ਉਰੇ ਤੱਕ ਗਿਆ ਹੋਊਗਾ ਕਿਊ ਤੱਕ, ਫਿਰ ਉਹ ਵਾਪਸ ਆਇਆ ਹੋਊਗਾ ਸੀ ਤੱਕ। ਤਾਂ ਇਟ ਮੀਨਸ ਹੁਣ ਦੇਖੋ ਇੱਥੇ ਤੱਕ ਤਾਂ ਜਿਹੜਾ ਡਿਸਟੈਂਸ ਸੀਗਾ ਉਹ ਕਿੰਨਾ ਹੋਊਗਾ, ਸੇਮ ਹੀ ਹੋਊਗਾ 3 ਹੋਊਗਾ। ਜਿਹੜਾ ਇੱਕ ਐਕਸਟਰਾ ਹੈ ਉਹ ਉਹਦੇ ਸੀ ਤੋਂ ਕਿਊ ਤੱਕ ਜਾਣ ਦਾ ਫਿਰ ਵਾਪਸ ਆਉਣ ਦਾ ਹੋਊਗਾ, ਇਹੀ ਮਤਲਬ ਬਣਿਆ। ਮਤਲਬ ਕਿ ਜੇ ਆਪਾਂ ਇਕੱਲਾ ਇੱਕ ਸਾਈਡ ਦਾ ਨਿਕਾਲਾਂਗੇ ਤਾਂ ਇਹ ਚੀਜ਼ ਕਿੰਨੀ ਆ ਜਾਊਗੀ 0.5 ਆ ਜਾਊਗੀ ਇਸ ਦੇ ਮੁਤਾਬਕ। ਦੇਖੋ ਕੀ ਕਿਹਾ ਹੈ, ਡਿਸਟੈਂਸ ਟਰੈਵਲਡ ਬਾਏ ਪਰਸਨ ਏ, ਇਹ ਆਊਗਾ ਵੈਸੇ ਉਰੇ ਕਿਉਂਕਿ ਪਰਸਨ ਏ ਤੇ ਬੀ ਨੇ, ਮੰਨ ਲਓ ਜੇ ਏ ਨੇ 3 ਕਵਰ ਕੀਤਾ ਮਤਲਬ ਕਿ ਪੀ ਟੂ ਸੀ 3 ਹੈ, ਤਾਂ ਕਿਊ ਨੇ ਕਿੰਨਾ ਟਰੈਵਲ ਕੀਤਾ 4। ਤਾਂ ਕਿਊ ਨੇ ਕਿੱਥੋਂ ਟਰੈਵਲ ਕੀਤਾ, ਪਹਿਲਾਂ ਉਹ ਪੀ ਟੂ ਕਿਊ ਗਿਆ ਫਿਰ ਉਹ ਕਿਊ ਤੋਂ ਸੀ ਆਇਆ, ਆਹੀ ਚੀਜ਼। ਤਾਂ ਮਤਲਬ ਕਿ ਉਰੋਂ ਜਿਹੜਾ ਐਕਸਟਰਾ ਗਿਆ ਤੇ ਐਕਸਟਰਾ ਵਾਪਸ ਆਇਆ ਉਹਦੀ ਵੈਲਿਊ ਕਿੰਨੀ ਹੈ, 1 ਹੈ ਦੋਵਾਂ ਦੀ 1। ਤਾਂ ਇਹ 0.5 ਇਹ ਹੋਊਗਾ, 0.5 ਇਹ ਚੀਜ਼ ਹੋਊਗੀ। ਤਾਂ ਹੁਣ ਆਪਾਂ ਨੂੰ ਗਿਵਨ ਕੀ ਹੈ ਵੀ 21 ਕਿਲੋਮੀਟਰ ਗਿਵਨ ਹੈ 21 ਆ ਸਾਰੀ ਚੀਜ਼, ਬਟ ਇੱਥੇ ਕਿੰਨੀ ਬਣਦੀ ਆ 3 ਬਣਦੀ ਹੈ 0.5 ਬਣਦੀ ਹੈ, ਮਤਲਬ ਕਿ 3.5 ਦੀ ਵੈਲਿਊ ਕਿੰਨੀ ਗਿਵਨ ਹੈ ਆਪਾਂ ਕੋਲ 21। ਆਪਾਂ ਨੇ ਵੈਲਿਊ ਪਤਾ ਕਰਨੀ ਹੈ ਡਿਸਟੈਂਸ ਆਫ ਸੀ ਫਰੋਮ ਪੀ, ਇੰਨੀ ਵੈਲਿਊ ਆਪਾਂ ਨੇ ਪਤਾ ਕਰਨੀ ਹੈ ਪੀ ਤੋਂ ਲੈ ਕੇ ਸੀ ਤੱਕ। ਇਹ ਵੈਲਿਊ ਕਿੰਨੀ ਹੈ 3 ਹੈ, ਮਤਲਬ ਕਿ ਜੇ 3.5 ਦੀ ਵੈਲਿਊ 21 ਹੈ ਤਾਂ ਆਪਾਂ ਨੇ 3 ਦੀ ਵੈਲਿਊ ਪਤਾ ਕਰਨੀ ਹੈ। ਤਾਂ ਦੇਖੋ ਜੇ ਆਪਾਂ 5 ਤੇ 7 ਤੇ ਕੈਂਸਲ ਕਰ ਦਈਏ 0.5 ਦੀ ਵੈਲਿਊ ਕਿੰਨੀ ਆ ਜਾਊਗੀ, ਕਿੰਨੀ ਆ ਗਈ 3 ਆ ਗਈ। ਤੇ ਜੇ 0.5 3 ਹੈ ਤਾਂ 1 ਦੀ ਵੈਲਿਊ ਕਿੰਨੀ ਆ ਜਾਊਗੀ 6 ਆ ਜਾਊਗੀ। ਜੇ 1 6 ਹੈ ਤਾਂ 3 ਦੀ ਵੈਲਿਊ ਕਿੰਨੀ ਆ ਜਾਊਗੀ 18 ਆ ਜਾਊਗੀ। 18 ਕਿਲੋਮੀਟਰ ਆਪਣਾ ਕੀ ਹੈ ਆਂਸਰ। ਜੇ ਆਪਣੇ ਤੋਂ ਸੀ ਕਿਊ ਪੁੱਛਿਆ ਹੋਊਗਾ ਤਾਂ ਆਪਾਂ 0.5 ਦੀ ਨਿਕਾਲ ਲਾਂਗੇ ਵੈਲਿਊ, ਜੇ ਆਪਣੇ ਕੋਲ ਪੀ ਕਿਊ ਪੁੱਛਿਆ ਹੋਊਗਾ ਤਾਂ ਆਪਾਂ 3.5 ਦੀ ਹੀ ਵੈਲਿਊ ਪਤਾ ਕਰਾਂ। ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰਦੇ ਨੇ ਜੀ। ਦੇਖੋ ਐਕਚੁਅਲੀ ਹੁਣ ਇੰਨਾ ਲੈਂਥ ਨਹੀਂ ਪੇਪਰ 'ਚ ਹੁੰਦਾ, ਜਦੋਂ ਤੁਸੀਂ ਇਹਨੂੰ 2-3 ਵਾਰ ਕਰ ਲਓਗੇ ਤਾਂ ਤੁਸੀਂ ਕਿਸ ਕਨਸੈਪਟ ਤੇ ਪਹੁੰਚੋਗੇ ਉਹ ਚੀਜ਼ ਦੇਖੋ ਧਿਆਨ ਨਾਲ। ਤੁਸੀਂ ਕੀ ਦੇਖੋਗੇ ਕਿ ਆ ਟਰੈਵਲ ਕਰੂਗਾ 3, ਇਹ ਟਰੈਵਲ ਕਰੂਗਾ 4, ਤਾਂ ਜਿਹੜਾ ਇੱਕ ਵਾਪਸ ਆਉਂਦਾ ਹੋਊਗਾ ਇਹਦਾ ਹਾਫ ਹੋਊਗਾ ਤਾਂ 3.5 ਹੋ ਜਾਊਗਾ। ਇਹਦੀ ਵੈਲਿਊ ਕਿੰਨੀ ਹੈ 21, ਆਪਾਂ ਨੂੰ ਪੁੱਛੀ ਗਈ ਹੈ ਸੀ ਫਰੋਮ ਦਾ ਪੀ, ਮਤਲਬ ਕਿ ਆਪਾਂ ਨੂੰ 3 ਦੀ ਵੈਲਿਊ ਪੁੱਛੀ ਗਈ ਹੈ, ਇਹ ਚੀਜ਼ ਆਪਾਂ ਨੇ ਫਾਈਂਡ ਕਰਨੀ। ਇੰਨਾ ਹੀ ਕੰਮ ਹੈ, ਇੰਨਾ ਕੁ ਟਾਈਮ ਲੱਗੂਗਾ। ਪਰ ਤੁਹਾਨੂੰ ਇਸ ਚੈਪਟਰ 'ਚ ਕੰਡੀਸ਼ਨ ਹੈ ਕਿ ਤੁਹਾਨੂੰ ਘੱਟੋ ਘੱਟ 3-4 ਵਾਰ ਚੈਪਟਰ ਨੂੰ ਪੂਰਾ ਕਰਨਾ ਪਊਗਾ ਸੋਲਵ ਇਸ ਤਰੀਕੇ ਨਾਲ, ਫਿਰ ਤੁਹਾਡਾ ਮੂੰਹ ਜ਼ਬਾਨੀ ਕੁਐਸਚਨ ਹੋ ਜਾਣਗੇ। ਅੱਗੇ ਦੇਖੋ ਜੀ ਕੁਐਸਚਨ ਨੰਬਰ 7। ਕੁਐਸਚਨ 7 ਕੀ ਹੈ ਜੀ, B starts 4 minutes after A from the same point for a place at a distance of 7 miles from the starting point. A, on reaching the destination, turns back and walk a mile where he meets B. If A's speed is a mile in 8 minutes, then B's speed is a mile in dash minute. ਤਾਂ ਕੁਐਸਚਨ ਨੰਬਰ 7 ਬਹੁਤ ਵਧੀਆ ਕੁਐਸਚਨ ਹੈ ਜੀ, ਇਸ ਨੂੰ ਕਰਦੇ ਆਪਾਂ ਧਿਆਨ ਨਾਲ। ਦੇਖੋ ਜੀ ਕੀ ਕਿਹਾ ਕੁਐਸਚਨ ਦੇ ਵਿੱਚ ਇਹਨਾਂ ਨੇ,
B starts 4 ਮਿੰਟ ਆਫਟਰ A from the same point। ਮੰਨ ਲਓ ਇਸ ਪੁਆਇੰਟ ਤੋਂ A ਸਟਾਰਟ ਹੋਇਆ ਤੇ 4 ਮਿੰਟਾਂ ਬਾਅਦ ਇਸ ਪੁਆਇੰਟ ਤੋਂ B ਸਟਾਰਟ ਹੋਇਆ, 4 ਮਿੰਟਾਂ ਬਾਅਦ, ਠੀਕ ਹੈ, 4 ਮਿੰਟ ਬਾਅਦ। ਫॉर ए प्लेस ऑफ डिस्टेंस ऑफ 7 ਮਾਈਲ from the starting point। ਇਹ ਇਹਨਾਂ ਨੇ 7 ਮਾਈਲ ਤੇ 7 ਮਾਈਲ ਉਰੋਂ ਕੋਈ ਪਲੇਸ ਹੋਊਗਾ, ਉੱਥੇ ਇਹਨਾਂ ਨੇ ਪਹੁੰਚਣਾ ਸੀਗਾ। A on reaching the destination turns back। ਕਹਿੰਦਾ A ਡੈਸਟੀਨੇਸ਼ਨ ਤੇ ਪਹੁੰਚਿਆ ਤੇ ਟਰਨ ਬੈਕ ਲਿਆ and walks a mile where he meets B। ਕਹਿੰਦਾ ਉਸ ਤੋਂ ਬਾਅਦ ਕਹਿੰਦਾ ਉਹਨੇ ਜਦੋਂ ਬੈਕ ਕੀਤਾ, ਕਹਿੰਦਾ ਉਹਨੇ 1 ਮਾਈਲ ਡਿਸਟੈਂਸ ਟਰੈਵਲ ਕੀਤਾ, ਮਤਲਬ ਕਿ ਉਹਨੂੰ ਉਰੇ ਮੀਟ ਕਰ ਗਿਆ। ਜਦੋਂ ਇਹ ਡੈਸਟੀਨੇਸ਼ਨ ਤੇ ਪਹੁੰਚਿਆ ਤਾਂ ਦੁਬਾਰਾ ਉਹਨੇ ਟਰਨ ਕੀਤਾ ਤੇ 1 ਮਾਈਲ ਪਹੁੰਚਿਆ, ਮਤਲਬ ਕਿ ਉਰੇ ਪਹੁੰਚ ਗਿਆ। ਤਾਂ ਇਹ ਕਿੰਨਾ ਹੋ ਗਿਆ ਡਿਸਟੈਂਸ? 6 ਮਾਈਲਸ ਹੋ ਗਿਆ, ਮਤਲਬ ਕਿ ਉਰੇ B ਪਹੁੰਚ ਗਿਆ। ਵੇਅਰ ਹੀ ਮੀਟਸ B। ਇਫ ਏਜ ਸਪੀਡ ਇਨ ਮਾਈਲ ਇਨ 8 ਮਿੰਟਸ। ਕਹਿੰਦਾ ਜਿਹੜੀ ਏ ਦੀ ਸਪੀਡ ਕਿੰਨੀ ਹੈ, 1 ਮਾਈਲ ਟਰੈਵਲ ਕਰਦਾ 8 ਮਿੰਟ ਦੇ ਵਿੱਚ, ਤਾਂ B ਦੀ ਸਪੀਡ ਕਿੰਨੀ ਹੋਊਗੀ? ਇਜ਼ ਏ ਮਾਈਲ ਇਨ ਡੈਸ਼ ਮਿੰਟ। ਕਹਿੰਦਾ ਜੇ B ਤਾਂ B 1 ਮਾਈਲ ਕਿੰਨੇ ਮਿੰਟ ਦੇ ਵਿੱਚ ਟਰੈਵਲ ਕਰੂਗਾ, ਇਹ ਚੀਜ਼ ਆਪਾਂ ਨੇ ਪਤਾ ਕਰਨੀ ਹੈ। ਤਾਂ ਹੁਣ ਦੇਖੋ ਇਸ ਕੁਐਸਚਨ ਨੂੰ ਆਪਾਂ ਕਰਨ ਦੇ ਲਈ ਕੀ ਕਰਾਂਗੇ, ਇਹਨਾਂ ਨੇ ਆਪਾਂ ਨੂੰ ਕੀ ਗਿਵਨ ਹੈ ਸਟਾਰਟਿੰਗ ਦੇ ਵਿੱਚ, B ਸਟਾਰਟਸ 4 ਮਿੰਟ ਆਫਟਰ A। ਜਿਹੜਾ B ਉਹ 4 ਮਿੰਟ ਬਾਅਦ ਵਿੱਚ ਸਟਾਰਟ ਹੋਇਆ A ਤੋਂ। ਤਾਂ ਜੇ ਮੈਂ A ਨੂੰ ਦੇਖੋ, ਉਰੇ ਇੱਕ ਲਾਈਨ ਗਿਵਨ ਹੈ, A ਦੀ ਜਿਹੜੀ ਸਪੀਡ ਹੈ ਉਹ ਕਿੰਨੀ ਹੈ? ਇਹ ਮਾਈਲ ਇਨ 8 ਮਿੰਟ, ਮਤਲਬ ਕਿ ਜਿਹੜਾ A ਹੈ ਉਹ 1 ਮਾਈਲ ਨੂੰ 8 ਮਿੰਟ ਦੇ ਵਿੱਚ ਟਰੈਵਲ ਕਰਦਾ ਹੈ। ਤਾਂ ਜੇ ਮੈਂ ਕੀ ਚੀਜ਼ ਕਰਾਂ ਕਿ ਜੇ ਮੈਂ A ਦੇ 4 ਮਿੰਟ ਮੈਂ ਘੱਟ ਕਰਦਾ, ਦੇਖੋ ਆਪਾਂ ਨੂੰ ਪਤਾ ਸੀ ਕਿ ਪਹਿਲਾਂ A D ਤੇ ਪਹੁੰਚਿਆ, ਡੈਸਟੀਨੇਸ਼ਨ ਤੇ ਪਹੁੰਚਿਆ, ਫਿਰ ਉਰੇ ਪਹੁੰਚਿਆ 1 ਮੀਲ ਚੱਲ ਕੇ, ਮਤਲਬ ਕਿ ਇਹਨੇ 8 ਮਾਈਲ ਟਰੈਵਲ ਕੀਤਾ ਟੋਟਲ। ਜੇ ਮੈਂ A ਦੇ 4 ਮਿੰਟ ਲੈਸ ਕਰਦਾ, ਮਤਲਬ ਕਿ ਜਿਵੇਂ 4 ਮਿੰਟ ਜਿਵੇਂ A ਨੂੰ ਮੈਂ ਘੱਟ ਦੇਵਾਂ ਟਾਈਮ, ਤਾਂ ਇਹ ਕਿੱਥੇ ਪਹੁੰਚੂਗਾ? ਤਾਂ ਇਹ ਹਾਫ ਮਾਈਲ ਟਰੈਵਲ ਘੱਟ ਕਰੂਗਾ, ਮਤਲਬ ਕਿ 7 ਮਾਈਲ ਤਾਂ ਪੂਰਾ ਹੋ ਗਿਆ ਤੇ 0.5 ਮਾਈਲ ਹੋਰ ਹੋ ਗਿਆ, ਮਤਲਬ ਕਿ ਇਹ 7.5 ਮਾਈਲ ਟਰੈਵਲ ਕਰ ਜੂਗਾ। ਉਨੇ ਟਾਈਮ ਦੇ ਵਿੱਚ ਜਿਹੜਾ B ਹੈ ਉਹ 6 ਮਾਈਲ ਟਰੈਵਲ ਕਰੂ। ਇਹ ਚੀਜ਼ ਮੈਨੂੰ ਉਰੋਂ ਪਤਾ ਚੱਲ ਗਈ ਕਿ ਦੇਖੋ ਜਿੰਨੇ ਟਾਈਮ ਦੇ ਵਿੱਚ A 7.5 ਮੀਲ ਟਰੈਵਲ ਕਰਦਾ, ਉਨੇ ਟਾਈਮ ਦੇ ਵਿੱਚ ਹੀ B 6 ਮੀਲ ਟਰੈਵਲ ਕਰਦਾ। ਇਹ ਚੀਜ਼ ਹੋ ਗਈ ਜੀ ਕਲੀਅਰ। ਕਿਉਂ ਜੀ, ਕਿਵੇਂ ਕੀਤਾ ਮੈਂ ਇਹ? 7 ਤਾਂ ਪੂਰੇ ਹੋ ਗਏ ਸੀਗੇ, ਤਾਂ ਜਿਹੜਾ ਇਹ 1 ਮਾਈਲ ਸੀਗਾ ਉਸਨੂੰ 8 ਮਿੰਟ ਲੱਗੇ ਹੋਣਗੇ, ਪਰ ਮੈਂ ਉਹਦੇ 4 ਮਿੰਟ ਹੀ ਕਾਊਂਟ ਕੀਤੇ ਨੇ ਕਿਉਂਕਿ ਉਹਨੇ 4 ਮਿੰਟ ਟਰੈਵਲ ਵੱਧ ਕੀਤਾ, ਤਾਂ ਮੈਂ ਉਹਦੇ 4 ਮਿੰਟ ਟਾਈਮ ਸੇਵ ਕਰਨ ਦੇ ਲਈ ਉਹਦੇ ਮੈਂ ਘੱਟ ਕਰਤੇ। ਤਾਂ ਮਤਲਬ 0.5 ਮਾਈਲ ਟਰੈਵਲ ਕੀਤਾ ਹੋਊਗਾ ਉਹਨੇ। ਤਾਂ ਮਤਲਬ ਕਿ ਜੇ ਆਪਾਂ ਦੋਹਾਂ ਦਾ ਟਾਈਮ ਮੈਚ ਕਰ ਦਈਏ ਤਾਂ ਜਿਹੜਾ A ਹੈ ਉਹ 7.5 ਮਾਈਲ ਟਰੈਵਲ ਕਰਦਾ ਸੇਮ ਟਾਈਮ ਦੇ ਵਿੱਚ, ਤੇ B ਕਿੰਨਾ ਕਰਦਾ? 6 ਮਾਈਲ। ਤਾਂ ਜਿੰਨਾ ਜੇ ਟਾਈਮ ਸੇਮ ਹੈ ਤਾਂ ਜੋ ਰੇਸ਼ੋ ਡਿਸਟੈਂਸ ਦੀ ਹੋਊਗੀ ਉਹੀ ਸੇਮ ਰੇਸ਼ੋ ਕਿਹਦੀ ਹੋਊਗੀ? ਸਪੀਡ ਦੀ ਹੋਊਗੀ। ਤਾਂ ਜੇ ਮੈਂ ਇਹਨੂੰ ਕੈਂਸਲ ਕਰੂੰਗਾ, ਇਹ ਬਣ ਜਾਊਗਾ ਮੇਰੇ ਕੋਲੇ 5:4। ਤਾਂ ਮਤਲਬ ਕਿ ਜੇ ਸਪੀਡ ਆਫ A ਤੇ ਸਪੀਡ ਆਫ B ਦਾ ਆਪਾਂ ਦੇਖੀਏ ਤਾਂ 5:4 ਆਉਂਦੀ ਹੈ। ਹੁਣ ਆਪਾਂ ਨੂੰ ਕੀ ਗਿਵਨ ਹੈ ਕਿ ਜਿਹੜਾ A ਪਰਸਨ ਹੈ 5:4 ਬਣ ਗਈ ਜੀ। ਜਿਹੜਾ 5 ਹੈ ਕਿੰਨੀ ਸਪੀਡ ਹੈ ਇਹਦੀ? 1 ਮਾਈਲ ਟਰੈਵਲ ਕਰਦਾ 8 ਮਿੰਟ ਦੇ ਵਿੱਚ, ਮਤਲਬ ਕਿ 1 ਮਾਈਲ ਪਰ 8 ਮਿੰਟ। ਤਾਂ ਆਪਾਂ ਚੈੱਕ ਕਰਨਾ ਕਿ ਜਿਹੜਾ B ਹੈ ਉਹ ਕਿੰਨੇ ਮਾਈਲ ਟਰੈਵਲ ਕਰੂਗਾ, 1 ਮਾਈਲ ਨੂੰ ਕਿੰਨੇ ਮਿੰਟ 'ਚ ਟਰੈਵਲ ਕਰੂਗਾ। ਤਾਂ ਇਹ ਸਪੀਡ 5 ਦੀ ਵੈਲਿਊ ਆ ਗਈ। ਜੇ 5 ਦੀ ਵੈਲਿਊ 1/8 ਹੈ ਤਾਂ 4 ਦੀ ਵੈਲਿਊ ਕਿੰਨੀ ਹੋ ਜਾਊਗੀ? 1/10 ਹੋ ਜਾਊਗੀ। ਜਾਂ ਫਿਰ ਤੁਸੀਂ ਇਹਨੂੰ ਐਵੇਂ ਕਰ ਲਓ, ਜੇ 5 ਦੀ ਵੈਲਿਊ 1/8 ਹੈ ਤਾਂ 1 ਦੀ ਵੈਲਿਊ 1/40, 4 ਦੀ ਵੈਲਿਊ 4/40, ਮਤਲਬ ਕਿ 1/10। ਤਾਂ ਮਤਲਬ ਕਿ 1 ਮਾਈਲ ਬਾਏ 10 ਮਿੰਟ। ਤਾਂ ਜਿਹੜਾ B ਪਰਸਨ ਹੈ ਉਹ 1 ਮਾਈਲ ਨੂੰ 10 ਮਿੰਟ ਦੇ ਵਿੱਚ ਟਰੈਵਲ ਕਰੂਗਾ। ਆਪਸ਼ਨ C ਆਂਸਰ ਆ ਜਾਊਗਾ। ਠੀਕ ਹੈ ਜੀ, ਬਹੁਤ ਆਸਾਨ ਕੁਐਸਚਨ ਹੈ ਇਹ, ਡਿਫੀਕਲਟ ਨਹੀਂ ਹੈ, ਥੋੜਾ ਜਿਹਾ ਹੋਰ ਤਰੀਕੇ ਨਾਲ ਪੁੱਛਿਆ ਹੋਇਆ, ਕੋਈ ਦਿੱਕਤ ਨਹੀਂ। ਅੱਗੇ ਦੇਖੋ ਜੀ ਕੁਐਸਚਨ ਨੰਬਰ 8। देखो जी किमें कराएंगे क्वेश्चन नंबर 8 ਨੂੰ। B start 4.5 minute after A from the same point for a place at a distance of 3.5 mile from starting point. A on reaching the destination turn back walks a mile where he meets B. If A's speed is a mile in 6 minutes, then B's speed is a mile in dash minute। ਤਾਂ ਸੇਮ ਪੈਟਰਨ ਦਾ ਕੁਐਸਚਨ ਹੈ। ਦੇਖੋ ਜੀ ਆਪਾਂ ਕਿਵੇਂ ਕਰਾਂਗੇ, ਆਪਾਂ ਮੇਨ ਚੀਜ਼ ਕੀ ਦੇਖਣੀ ਹੈ? डिस्टेंस ट्रैवल्ड बाय ए, डिस्टेंस ट्रैवल्ड बाय
B। ਹੁਣ ਮੈਨੂੰ ਕੋਈ ਵੀ ਲਾਈਨ ਲਗਾਉਣ ਦੀ ਲੋੜ ਨਹੀਂ ਹੈਗੀ। ਦੇਖੋ A ਨੇ ਕਿੰਨਾ ਟਰੈਵਲ ਕੀਤਾ ਹੋਊਗਾ 3.5 ਮਾਈਲ ਤਾਂ ਉਹਨੇ ਟਰੈਵਲ ਹੀ ਕੀਤਾ A ਨੇ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਉਹ ਟਰਨ ਕੀਤਾ ਤਾਂ ਉਹਨੇ 1 ਮਾਈਲ ਟਰੈਵਲ ਹੋਰ ਕਰ ਲਿਆ, ਤਾਂ ਉਹ 4.5 ਮਿੰਟ ਬਾਅਦ 'ਚ ਗਿਆ ਸੀਗਾ, ਸੌਰੀ ਪਹਿਲਾਂ ਗਿਆ ਸੀਗਾ B ਤੋਂ। ਤਾਂ ਆਪਾਂ ਨੂੰ ਪਤਾ ਕਿ ਜਿਹੜਾ A ਹੈ ਉਹ 1 ਮਾਈਲ ਨੂੰ 6 ਮਿੰਟ ਦੇ ਵਿੱਚ ਟਰੈਵਲ ਕਰਦਾ ਹੈ। ਠੀਕ ਹੈ। ਜੇ ਆਪਾਂ ਦੇਖੀਏ 3 ਮਿੰਟ 'ਚ ਕਿੰਨਾ ਟਰੈਵਲ ਕਰ ਦੂਗਾ, ਹਾਫ ਮਾਈਲ। ਜੇ ਆਪਾਂ ਇਹਦਾ ਵੀ ਹਾਫ ਕਰ ਦਈਏ 1.5 ਮਿੰਟ 'ਚ ਕਰ ਦਈਏ ਤਾਂ 1/4 ਮਾਈਲ। ਮਤਲਬ ਕਿ ਜੇ ਆਪਾਂ ਇਹਨਾਂ ਨੂੰ ਐਡ ਕਰਾਂਗੇ ਤਾਂ 4.5 ਮਾਈਲ ਦੇ ਵਿੱਚ ਮਿੰਟ ਦੇ ਵਿੱਚ ਕਿੰਨਾ ਟਰੈਵਲ ਕਰ ਜੂਗਾ 1/2 1/4, ਇਹ ਬਣ ਜੂਗਾ 3/4, ਮਤਲਬ ਕਿ 0.75 ਮਤਲਬ ਕਿ ਜਿਹੜਾ ਪਰਸਨ A ਹੈ ਉਹ 4.5 ਮਿੰਟ ਦੇ ਵਿੱਚ 0.75 ਮਾਈਲ ਟਰੈਵਲ ਕਰ ਰਿਹਾ ਹੈ। ਤਾਂ ਜੇ ਆਪਾਂ ਉਹਨੂੰ 0.75 ਮਾਈਲ ਵਾਪਸ ਕਰ ਦਈਏ, ਮਤਲਬ ਕਿ ਉਰੇ ਸਿਰਫ 0.25 ਹੀ ਐਡ ਕਰੀਏ ਆਪਾਂ। ਦੇਖੋ ਜੀ ਕਿਵੇਂ, ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਪਿਕਚਰ ਬਣਾ ਕੇ ਦੱਸ ਦਿੰਦਾ। ਇਹ ਪਲੇਸ A ਹੈ, ਇਹ ਡੈਸਟੀਨੇਸ਼ਨ ਹੈ। ਡੈਸਟੀਨੇਸ਼ਨ ਕਿੰਨੀ ਹੈ 3.5 ਹੈ, ਮਤਲਬ ਕਿ A ਨੇ ਇਹ ਤਾਂ ਟਰੈਵਲ ਕੀਤੀ ਹੈ ਤੇ ਨਾਲ ਉਹਨੇ 1 ਮਾਈਲ ਹੋਰ ਟਰੈਵਲ ਕਰ ਲਿਆ ਸੀਗਾ। ਬਟ ਆਪਾਂ ਉਹਨੂੰ 0.75 ਪਿੱਛੇ ਲੈ ਗਏ, ਕਿਉਂਕਿ ਆਪਾਂ 4.5 ਮਿੰਟ ਪਿੱਛੇ ਲੈ ਕੇ ਜਾਣਾ ਸੀ ਉਹਨੂੰ। ਤਾਂ ਮਤਲਬ ਕਿ ਆਪਾਂ ਨੇ ਉਹਨੂੰ 4.5 ਮਿੰਟ ਪਿੱਛੇ ਲੈ ਜਾਣ ਦਾ ਮਤਲਬ ਆਪਾਂ ਉਹਨੂੰ 0.75 ਮਾਈਲ ਪਿੱਛੇ ਲੈ ਗਏ, ਤਾਂ ਸਿਰਫ 0.25 ਹੀ ਉਹਨੇ ਐਕਸਟਰਾ ਟਰੈਵਲ ਕੀਤਾ ਹੈਗਾ ਸੇਮ ਟਾਈਮ ਦੇ ਵਿੱਚ। ਤਾਂ ਇਹ ਬਣ ਜੂਗਾ 3.75 ਟਰੈਵਲ ਕੀਤਾ। ਹੁਣ ਆਪਾਂ ਦੇਖਾਂਗੇ ਜੀ B ਦਾ। ਦੇਖੋ ਜੇ B, ਜਿਹੜਾ ਪਰਸਨ B ਉਸਨੂੰ ਇੱਥੇ ਮਿਲਿਆ ਤਾਂ ਉਹਨੇ ਸਿਰਫ 2.5 ਹੀ ਟਰੈਵਲ ਕੀਤਾ ਹੈਗਾ, ਤਾਂ ਮੁਰੇ 2.50 ਕਰ ਦੂੰਗਾ। ਹੁਣ ਜੇ ਆਪਾਂ ਇਹਨਾਂ ਦੀ ਰੇਸ਼ੋ ਬਣਾਵਾਂਗੇ 25 ਤੇ ਕੈਂਸਲ ਕਰ ਦਈਏ, ਪੁਆਇੰਟ ਨਾਲ ਪੁਆਇੰਟ ਕੈਂਸਲ ਹੋ ਜਾਣਗੇ, ਉਰੇ 10 ਆ ਜਾਊਗਾ, ਉਰੇ ਆ ਜਾਊ ਆਪਣੇ ਕੋਲੇ 15। ਤਾਂ ਜੇ ਆਪਾਂ ਇਹਨੂੰ ਹੋਰ ਫਰਦਰ ਕੈਂਸਲ ਕਰਾਂਗੇ 3/2 ਆ ਜਾਊਗਾ। ਮਤਲਬ ਕਿ ਡਿਸਟੈਂਸ ਟਰੈਵਲਡ ਬਾਈ A, ਡਿਸਟੈਂਸ ਟਰੈਵਲਡ ਬਾਈ B ਦੀ ਜੋ ਰੇਸ਼ੋ ਆ ਗਈ ਸੇਮ ਟਾਈਮ ਦੇ ਵਿੱਚ ਕਿੰਨੀ ਆ ਗਈ 3/2 ਆ ਗਈ। ਤਾਂ ਸਪੀਡ ਆਫ A ਤੇ ਸਪੀਡ ਆਫ B ਕਿੰਨੀ ਆ ਜਾਊਗੀ 3/2 ਆ ਜਾਊਗੀ। ਹੁਣ 3 ਦੀ ਵੈਲਿਊ ਕਿੰਨੀ ਹੈਗੀ 1/6 ਹੈ, 1 ਮਾਈਲ ਪਰ 6 ਮਿੰਟ। ਤਾਂ ਆਪਾਂ ਨੇ 2 ਦੀ ਵੈਲਿਊ ਪਤਾ ਕਰਨੀ ਹੈ, ਇਹ ਆ ਜਾਊਗੀ 1/9। ਤਾਂ 1 ਮਾਈਲ ਨੂੰ ਉਹ 9 ਮਿੰਟ ਦੇ ਵਿੱਚ ਟਰੈਵਲ ਕਰੂਗਾ, ਕੌਣ B। ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਇਸ ਕੁਐਸਚਨ ਨੂੰ ਕਰਨਾ ਹੈ। ਬਹੁਤ ਈਜ਼ੀ ਕੁਐਸਚਨ ਨੇ ਜੀ ਇਹ। ਤਾਂ ਇਸ ਤੋਂ ਅੱਗੇ ਦੇਖਦੇ ਹਾਂ ਆਪਾਂ ਕੁਐਸਚਨ ਨੰਬਰ 9। ਤਾਂ ਕੁਐਸਚਨ ਨੰਬਰ 9 ਹੈ ਜੀ, A dog is noticed by a rabbit from a distance of 100 meter। ਇੱਕ ਡੌਗ ਨੂੰ ਨੋਟਿਸ ਕਰ ਲਿਆ, ਡੌਗ ਇਜ਼ ਨੋਟਿਸਡ ਬਾਈ ਰੈਬਿਟ, ਰੈਬਿਟ ਨੇ ਨੋਟਿਸ ਕੀਤਾ 100 ਮੀਟਰ ਤੋਂ। He runs in opposite direction at a speed of 12 km per hour. After 7 minutes, the dog also watched the rabbit and chased him at a speed of 16 km per hour. When will he overtake the rabbit? ਦੇਖੋ ਜੀ ਕੀ ਕੁਐਸਚਨ ਹੈ। A dog is noticed by rabbit, ਮੰਨ ਲਓ ਉਰੇ ਡੌਗ ਸੀਗਾ, ਉਰੇ ਸੀਗਾ ਰੈਬਿਟ 100 ਮੀਟਰ ਦੇ ਵਿੱਚ। ਜਦੋਂ ਰੈਬਿਟ ਨੇ ਨੋਟਿਸ ਕੀਤਾ ਡੌਗ ਨੂੰ ਤਾਂ ਹੀ ਰਨਸ ਇਨ ਆਪੋਜ਼ਿਟ ਡਾਇਰੈਕਸ਼ਨ, ਮਤਲਬ ਕਿ ਇੱਧਰ ਮੂਵ ਕਰਨ ਲੱਗ ਗਿਆ ਰੈਬਿਟ ਐਟ ਸਪੀਡ ਆਫ 12 km per hour। After 7 minutes, the dog also watches the rabbit and chases him at a speed of 16 km। When will he overtake the rabbit? ਤਾਂ ਕਹਿੰਦਾ ਕਿੰਨੇ ਟਾਈਮ ਦੇ ਵਿੱਚ ਉਹਨੂੰ ਓਵਰਟੇਕ ਕਰ ਜਾਊਗਾ। ਤਾਂ ਦੇਖੋ ਬਿਲਕੁਲ ਆਸਾਨ ਚੀਜ਼ ਹੈ। ਆਪਾਂ ਉਰੇ ਹੁਣ ਬਸ ਆਪਾਂ ਨੇ ਟਾਈਮ ਪਤਾ ਕਰਨਾ ਹੈਗਾ। ਦੇਖੋ ਜੀ ਕਿਵੇਂ ਕਰਾਂਗੇ ਆਪਾਂ ਇਸ ਕੁਐਸਚਨ ਨੂੰ। ਦੇਖੋ ਜੇ ਉਹਦੀ ਸਪੀਡ ਕਿੰਨੀ ਹੈਗੀ ਕੁੱਲ ਮਿਲਾ ਕੇ, ਦੇਖੋ 100 ਮੀਟਰ ਦਾ ਉਹਦੇ ਵਿੱਚ ਡਿਸਟੈਂਸ ਪਹਿਲਾਂ ਹੀ ਹੈਗਾ ਸੀਗਾ, ਤਾਂ 7 ਮਿੰਟ ਦੇ ਵਿੱਚ ਕਿੰਨਾ ਟਰੈਵਲ ਕਰ ਗਿਆ ਹੋਊਗਾ ਰੈਬਿਟ, ਇਹ ਵੀ ਚੀਜ਼ ਆਪਾਂ ਦੇਖਾਂਗੇ। ਜੇ ਉਹ 60 ਮਿੰਟ ਦੇ ਵਿੱਚ 12 ਕਿਲੋਮੀਟਰ ਟਰੈਵਲ ਕਰਦਾ ਹੈ ਤਾਂ 1 ਮਿੰਟ 'ਚ ਕਿੰਨਾ ਕਰੂਗਾ 1/5 ਕਿਲੋਮੀਟਰ, ਮਤਲਬ ਕਿ 200 ਮੀਟਰ। ਤਾਂ 7 ਮਿੰਟ 'ਚ ਕਿੰਨਾ ਕਰ ਲੂਗਾ 1400 ਮੀਟਰ। ਤਾਂ 1400 ਮੀਟਰ ਡੌਗ ਨੇ ਰੈਬਿਟ ਨੇ ਟਰੈਵਲ ਕਰ ਰਿਹਾ 7 ਮਿੰਟ ਦੇ ਵਿੱਚ, ਮਤਲਬ ਕਿ 7 ਮਿੰਟਾਂ ਬਾਅਦ ਰੈਬਿਟ ਇਸ ਪਲੇਸ ਤੇ ਪਹੁੰਚ ਗਿਆ, ਜਿਹੜਾ ਉਰੋਂ ਕਿੰਨਾ ਹੈਗਾ 1400 ਮੀਟਰ ਹੈ। ਹੁਣ ਇਸ ਪਲੇਸ ਤੇ ਡੌਗ ਨੇ ਰੈਬਿਟ ਨੂੰ ਦੇਖਿਆ ਤੇ ਅੱਗੇ ਉਸਦੇ ਵੱਲ ਮੂਵ ਕੀਤਾ, ਤਾਂ ਆਪਾਂ ਦੇਖਣਾ ਵੀ ਕਿੰਨੇ ਟਾਈਮ ਬਾਅਦ
ਜਿਹੜਾ ਡੌਗ ਹੈ ਰੈਬਿਟ ਨੂੰ ਪਕੜ ਲੂਗਾ ਜਾਂ ਉਹਨੂੰ ਓਵਰਟੇਕ ਕਰ ਜਾਊਗਾ। ਤਾਂ ਦੇਖੋ ਜੀ ਕਿਵੇਂ ਕਰਾਂਗੇ। ਤਾਂ ਹੁਣ ਪਹਿਲਾਂ ਆਪਾਂ ਸਪੀਡ ਦੀ ਨਿਕਾਲ ਲਈਏ ਪਰ ਰੇਸ਼ੋ, ਜਾਂ ਫਿਰ ਆਪਾਂ ਜੇ ਆਪਾਂ ਡਾਇਰੈਕਟ ਟਾਈਮ ਨਿਕਾਲਣਾ ਤਾਂ ਦੇਖੋ ਇੱਕ ਕਨਸੈਪਟ ਹੋਰ ਹੈ। ਜੇ ਰੈਬਿਟ ਦੀ ਸਪੀਡ 12 ਹੈ, ਡੌਗ ਦੀ ਕਿੰਨੀ ਹੈ 60, ਤਾਂ ਜਾਂ ਤਾਂ ਆਪਾਂ ਐਵੇਂ ਕਰਦੇ ਹਾਂ, ਚਲੋ ਆਪਾਂ ਟਾਈਮ ਨਿਕਾਲਣਾ ਆਪਾਂ ਐਵੇਂ ਕਰਦੇ ਹਾਂ। ਦੇਖੋ ਸਪੀਡ ਆਫ ਰੈਬਿਟ ਡਿਵਾਈਡ ਬਾਈ ਸਪੀਡ ਆਫ ਡੌਗ, ਤਾਂ ਦੇਖੋ ਕਿੰਨੀ ਹੈ ਸਪੀਡ ਆਫ ਰੈਬਿਟ ਕਿੰਨੀ ਹੈਗੀ 12, ਡੌਗ ਦੀ ਕਿੰਨੀ ਹੈ 60। ਤਾਂ ਸੇਮ ਇਹੀ ਰੇਸ਼ੋ ਕਿਹਦੀ ਬਣ ਜਾਊਗੀ, ਡਿਸਟੈਂਸ ਟਰੈਵਲਡ ਬਾਈ ਰੈਬਿਟ ਡਿਸਟੈਂਸ ਟਰੈਵਲਡ ਬਾਈ ਡੌਗ। ਤਾਂ ਇਹ ਕਿੰਨੀ ਬਣ ਗਈ, ਰੇਸ਼ੋ ਬਣਦੀ ਹੈ 3/4। ਤਾਂ ਡਿਸਟੈਂਸ ਦੀ ਵੀ ਇਹੀ ਬਣੂਗੀ। ਤਾਂ ਜਿਹੜੀ ਡੌਗ ਨੇ ਇੱਕ ਐਕਸਟਰਾ ਟਰੈਵਲ ਕੀਤਾ ਇੱਕ, ਤਾਂ ਉਸ ਇੱਕ ਦੀ ਵੈਲਿਊ ਕਿੰਨੀ ਹੈ 1500, ਕਿਉਂਕਿ 100 ਮੀਟਰ ਦਾ ਹੀ ਸੀ ਤੇ 1400 ਮੀਟਰ ਰੈਬਿਟ ਨੇ ਉਹ ਟਰੈਵਲ ਕਰ ਲਿਆ। ਮੰਨ ਲਓ ਇਸ ਪੁਆਇੰਟ ਤੇ ਓਵਰਟੇਕ ਕੀਤਾ ਹੋਊਗਾ, ਠੀਕ ਹੈ ਜੀ। ਤਾਂ ਜੇ ਇੱਕ ਦੀ ਵੈਲਿਊ 1500 ਹੈ ਤਾਂ 4 ਦੀ ਵੈਲਿਊ ਕਿੰਨੀ ਹੋਊਗੀ 6000। ਮਤਲਬ ਕਿ ਡੌਗ ਨੇ 6000 ਮੀਟਰ ਟਰੈਵਲ ਕਰਕੇ ਉਸਨੂੰ ਪਕੜਿਆ ਹੋਊਗਾ, ਮਤਲਬ ਕਿ 6 ਕਿਲੋਮੀਟਰ ਟਰੈਵਲ ਕੀਤਾ ਡੌਗ ਨੇ। ਤਾਂ ਡੌਗ 6 ਕਿਲੋਮੀਟਰ ਕਿੰਨੇ ਟਾਈਮ 'ਚ ਟਰੈਵਲ ਕਰ ਜਾਊਗਾ। ਉਹਦੀ ਸਪੀਡ ਕਿੰਨੀ ਹੈਗੀ 16, ਤਾਂ 6/16 ਇੰਟੂ 60। ਉਰੇ ਆਪਾਂ 4 ਤੇ ਕੈਂਸਲ ਕਰ ਦਿੰਦੇ ਹਾਂ ਜੀ, 4 ਆ ਜੂ, ਉਰੇ ਆ ਜਾਊਗਾ 15, ਉਰੇ ਆ ਜਾਊਗਾ 2, ਉਰੇ ਆ ਜਾਊ 3, 45/2, 22.5 ਮਿੰਟ। ਤਾਂ ਆਪਸ਼ਨ ਏ ਕੀ ਆ ਜਾਊਗਾ ਆਂਸਰ ਆ ਜਾਊ। ਠੀਕ ਹੈ ਜੀ। ਹਜੇ ਤੁਹਾਨੂੰ ਕੁਐਸਚਨ ਥੋੜ੍ਹੇ ਜਿਹੇ ਡਿਫਿਕਲਟ ਲੱਗਣਗੇ ਇਹ, ਕਿਉਂਕਿ ਜਦੋਂ ਆਪਾਂ ਅੱਗੇ ਅੱਗੇ ਕਰੀ ਜਾਵਾਂਗੇ ਇਹ ਚੈਪਟਰ ਬਹੁਤ ਈਜ਼ੀ ਹੋ ਜੂ, ਕਿਉਂਕਿ ਇਸ ਕੁਐਸਚਨ ਨੂੰ ਆਪਾਂ ਹੋਰ ਤਰੀਕੇ ਨਾਲ ਵੀ ਕਰ ਸਕਦੇ ਸੀ। ਆਪਾਂ ਜੇ ਆਪਾਂ ਡੌਗ ਦੀ ਸਪੀਡ 0 ਕਰਕੇ ਇਕੱਲੇ ਰੈਬਿਟ ਨੂੰ ਮੂਵ ਕਰਦੇ ਤਾਂ ਵੀ ਕੁਐਸਚਨ ਹੋ ਜਾਂਦਾ, ਬਹੁਤ ਈਜ਼ੀ ਵੇ ਨਾਲ ਹੋ ਜਾਂਦਾ। ਤਾਂ ਆਪਾਂ ਨੂੰ ਇਹ ਕੁਝ ਕਰਨ ਦੀ ਵੀ ਲੋੜ ਨਹੀਂ ਪੈਣੀ ਸੀ, ਸਿੱਧਾ ਆਪਾਂ ਨੇ ਕਰਨਾ ਕੀ ਸੀਗਾ 1400 ਨੂੰ ਆਪਾਂ ਨੇ 4 ਤੇ ਡਿਵਾਈਡ ਕਰਨਾ ਸੀਗਾ, ਮਤਲਬ ਕਿ 1.4 ਕਿਲੋਮੀਟਰ ਨੂੰ 4 ਤੇ ਡਿਵਾਈਡ ਕਰਨਾ ਸੀਗਾ, ਤਾਂ ਆਪਣੇ ਕੋਲ ਆਂਸਰ ਆ ਜਾਂਦਾ। ਤਾਂ ਆਪਾਂ ਅੱਗੇ ਦੇਖਾਂਗੇ ਜੀ ਇਹ ਸਾਰੇ ਮੈਥਡ ਨੇ ਜੋ ਆਪਣੇ ਕੋਲ, ਠੀਕ ਹੈ ਜੀ। ਕਿਉਂਕਿ ਹਜੇ ਆਪਾਂ ਸਿਰਫ ਇਹੀ ਕਨਸੈਪਟ ਪੜ੍ਹਿਆ, ਤਾਂ ਆਪਾਂ ਇਹੀ ਕਨਸੈਪਟ ਦੇ ਬੇਸ ਤੇ ਕੁਐਸਚਨ ਕੀਤਾ। ਨੈਕਸਟ ਹੈ ਜੀ ਕੁਐਸਚਨ ਨੰਬਰ 10। ਕੁਐਸਚਨ ਨੰਬਰ 10 ਹੈ ਜੀ, ਇਹ ਥੀਫ ਸਟੀਲਸ ਏ ਕਾਰ, ਇੱਕ ਥੀਫ ਨੇ ਕਾਰ ਸਟੀਲ ਕੀਤੀ, ਚੋਰੀ ਕੀਤੀ, ਪਾਰਕਡ ਇਨ ਹਾਊਸ ਐਂਡ ਗੋਜ਼ ਅਵੇ ਵਿਦ ਦ ਸਪੀਡ ਆਫ 40 ਕਿਲੋਮੀਟਰ। ਦਾ ਥੈਫਟ ਵਾਸ ਡਿਸਕਵਰਡ ਆਫਟਰ ਹਾਫ ਐਨ ਆਰ। ਹਾਫ ਐਨ ਆਰ ਬਾਅਦ ਜਿਹੜੀ ਉਹਦੀ ਥੈਫਟ ਸੀ, ਉਹਦੀ ਚੋਰੀ ਮਤਲਬ ਪਤਾ ਲੱਗੀ। ਇਮੀਡੀਏਟਲੀ ਦਾ ਓਨਰ ਸੈਟ ਆਫ ਇਨ ਅਨਦਰ ਕਾਰ ਵਿਦ ਏ ਸਪੀਡ ਆਫ 60 ਕਿਲੋਮੀਟਰ। ਵੈਨ ਵਿਲ ਬੀ ਦਾ ਓਨਰ ਮੀਟ ਦਾ ਥੀਫ। ਤਾਂ ਜਿਹੜਾ ਓਨਰ ਹੈ ਕਹਿੰਦਾ ਥੀਫ ਨੂੰ ਕਦੋਂ ਮਿਲੂਗਾ ਤੇ ਕਿੰਨੇ ਟਾਈਮ ਬਾਅਦ ਮਿਲੂਗਾ, ਇਹ ਚੀਜ਼ ਆਪਾਂ ਪਤਾ ਕਰਨੀ ਹੈ। ਦੇਖੋ ਹਾਫ ਆਰ ਦੇ ਵਿੱਚ ਕਿੱਥੇ ਪਹੁੰਚ ਜੂਗਾ, 20 ਕਿਲੋਮੀਟਰ ਤੇ ਪਹੁੰਚ ਜੂਗਾ, ਠੀਕ ਹੈ ਜੀ। ਹਾਫ ਆਰ ਦੇ ਵਿੱਚ ਤਾਂ 20 ਕਿਲੋਮੀਟਰ ਟਰੈਵਲ ਕਰ ਜੂਗਾ। ਤਾਂ ਜੋ ਸਪੀਡ ਦੀ ਰੇਸ਼ੋ ਹੈ ਉਹੀ ਰੇਸ਼ੋ ਕਿਹਦੀ ਹੋਊਗੀ, ਡਿਸਟੈਂਸ ਦੀ। ਤਾਂ ਮਤਲਬ ਕਿ ਥੀਫ 20 ਕਿਲੋਮੀਟਰ ਬਾਅਦ ਜਾ ਕੇ, ਜਦੋਂ ਥੀਫ 20 ਕਿਲੋਮੀਟਰ ਟਰੈਵਲ ਕਰ ਗਿਆ ਸੀਗਾ, ਤਾਂ ਉਸ ਤੋਂ ਬਾਅਦ ਜਿਹੜਾ ਓਨਰ ਨੇ ਉਹਨੂੰ ਪਤਾ ਲੱਗਿਆ ਵੀ ਉਹ ਇੱਧਰ ਜਾ ਰਿਹਾ। ਤਾਂ ਮਤਲਬ ਕਿ ਜੋ ਰੇਸ਼ੋ ਸਪੀਡ ਦੀ ਉਹੀ ਕਿਹਦੀ ਬਣ ਜੂਗੀ, ਡਿਸਟੈਂਸ ਦੀ। ਤਾਂ ਜੇ ਥੀਫ 2 ਟਰੈਵਲ ਕਰਦਾ ਤਾਂ ਓਨਰ ਕਿੰਨਾ ਟਰੈਵਲ ਕਰੂਗਾ 3। ਤਾਂ 1 ਦੀ ਵੈਲਿਊ 20 ਕਿਲੋਮੀਟਰ ਹੈ, ਤਾਂ 3 ਦੀ ਵੈਲਿਊ ਕਿੰਨੀ ਹੋ ਜਾਊਗੀ 60 ਕਿਲੋਮੀਟਰ। ਮਤਲਬ ਕਿ ਓਨਰ ਦੇ ਹਾਊਸ ਤੋਂ 60 ਕਿਲੋਮੀਟਰ ਬਾਅਦ ਜਾ ਕੇ ਥੀਫ ਨੂੰ ਉਹ ਪਕੜ ਲੂਗਾ। ਤਾਂ ਹੁਣ ਆਪਾਂ ਨੇ ਘਰ ਦਾ ਟਾਈਮ ਪਤਾ ਕਰਨਾ ਆਪਾਂ ਨੇ, ਤਾਂ ਟਾਈਮ ਆਊਗਾ 1 ਆਰ, ਜਾਂ ਫਿਰ ਆਊਗਾ ਆਫਟਰ ਦਾ ਥੈਫਟ ਆ ਜਾਊਗਾ 1.5, ਕਿਉਂਕਿ ਅੱਧੇ ਘੰਟੇ ਬਾਅਦ ਤਾਂ ਪਕੜੀ ਗਈ ਸੀ। ਤੇ ਉਹ ਜੇ ਹੁਣ ਦੇਖੋ, ਜੇ ਮੰਨ ਲਓ ਜੇ ਓਨਰ ਨੇ 60 ਕਿਲੋਮੀਟਰ ਟਰੈਵਲ ਕਰਨਾ ਤਾਂ 60 ਸਪੀਡ ਹੈ, ਤਾਂ ਇੱਕ 1 ਆਰ ਕੀ ਆ ਜਾਊਗਾ, ਟਾਈਮ ਆ ਜਾਊਗਾ 1 ਆਰ। ਤਾਂ ਮਤਲਬ ਕਿ ਜਦੋਂ ਓਨਰ ਮੂਵ ਕੀਤਾ ਹੋਊਗਾ ਉਦੋਂ ਬਾਅਦ 'ਚ 1 ਘੰਟੇ ਬਾਅਦ ਪਕੜੂਗਾ, ਮਤਲਬ ਕਿ 1.5 ਆਰ ਆਫਟਰ ਦਾ ਥੈਫਟ, ਚੋਰੀ ਹੋਣ ਤੋਂ ਬਾਅਦ ਪਕੜੂਗਾ ਉਹ 1.5 ਆਰ ਬਾਅਦ। ਤਾਂ ਮਤਲਬ ਕਿ ਆਪਸ਼ਨ ਕਿਹੜੀ ਆ ਗਈ, ਬੀ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਾਂ ਕੁਐਸਚਨ ਸਾਰੇ ਕਰ ਸਕਦੇ ਹਾਂ ਇਹ। ਤਾਂ ਜੋ ਵੀ ਇਹ ਕੁਐਸਚਨ ਨੇ ਵੀ ਤੁਸੀਂ ਇਹਨਾਂ ਨੂੰ ਟਰਾਈ ਕਰਿਓ ਜੀ, ਠੀਕ ਹੈ ਜੀ। ਥੈਂਕ ਯੂ।